ਕਾਲਾ ਇਲਮ ਇਹ ਚੀਜ਼ਾਂ ਹੁੰਦੀਆਂ, ਇਹ ਸਭ ਕੁਝ ਹੁੰਦਾ ਜੀ। ਟੂਣੇ ਟਾਣੇ ਸਾਰਾ ਕਰ ਲੈਂਦੇ ਉਹਨਾਂ ਨੇ ਟੂਣੇ ਟਾਣੇ ਤਾਂ ਨਹੀਂ ਕਰਦੇ, ਹੁੰਦਾ ਤਾਂ ਬਹੁਤ ਕੁਝ ਹੈ ਇਹ। ਫਿਰ ਤਾਂ ਜਿਹੜੇ ਤੁਹਾਡੇ ਤੇ ਦੋਸ਼ ਲਾਉਂਦੇ ਉਹ ਸੱਚੇ ਆ ਵੀ ਤੁਸੀਂ ਇਹ ਸਾਰਾ ਕੁਝ ਕਰਦੇ ਨਹੀਂ ਰਹੇ? ਮਤਲਬ ਤੁਹਾਡੇ ਵਿਰੋਧੀਆਂ ਨੇ ਕਿਹਾ ਵੀ ਬਾਬਾ ਜੀ ਇਹ ਵੀ ਕਹਿੰਦੇ ਵੀ ਜੇ ਕੋਈ ਕੁੜੀ ਕਾੜੀ ਫਸਾਉਣੀ ਹੈ ਤਾਂ ਅਸੀਂ ਉਹ ਵੀ ਕੰਮ ਕਰਾ ਦਿੰਦੇ। ਕੀ ਹੋ ਤੁਸੀਂ? ਸੰਤ ਹੋ, ਬਾਬੇ ਹੋ, ਤਾਂਤਰਿਕ ਹੋ, ਕੀ ਹੋ? ਤੁਸੀਂ ਕੀ ਸਮਝਦੇ ਹੋ ਮੈਨੂੰ? ਮੇਰੇ ਸਾਹਮਣੇ ਤਾਂ ਇੱਕ ਹਿਊਮਨ ਬੀਇੰਗ ਬੈਠਾ, ਵਿਅਕਤੀ ਬੈਠਾ, ਬੰਦਾ ਬੈਠਾ ਬਸ। ਨਾ ਤਾਂ ਮੈਂ ਤਾਂਤਰਿਕ ਹਾਂ, ਨਾ ਮੈਂ ਸੰਤ ਹਾਂ ਤੇ ਨਾ ਹੀ ਮੈਂ ਬਾਬਾ। ਮੈਂ ਤਾਂ ਇੱਕ ਆਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਸਿੱਖ ਹਾਂ। ਜੇ ਸਿੱਖੋਂ ਤਾਂ ਫਿਰ ਧੂਣੀਆਂ ਤੇ ਕਿਉਂ ਬਹਿੰਦੇ ਹੋ ਜਾ ਕੇ? ਕਿਸੇ ਦੇ ਘਰੇ ਗਏ, ਉਹਦੀਆਂ ਟੈਲਾਂ ਪਟਾਤੀਆਂ ਜਾ ਕੇ, ਫਿਰ ਉਹਨਾਂ ਨੂੰ ਕਿਹਾ ਇੱਥੋਂ ਸੋਨਾ ਨਿਕਲਣਾ, ਆਪ ਹੀ ਸਿੱਟਤਾ ਸੋਨਾ। ਫਿਰ ਲੋਕਾਂ ਨੂੰ ਕਿਹਾ ਕਿ ਭਾਈ ਇੱਥੇ ਹਵਨ ਕਰਾਓ, 3 ਹਵਨ ਦੇ ਇੰਨੇ 1000 ਰੁਪਈਆ ਲਵਾਂਗੇ ਅਸੀਂ, ਤੇ ਫਿਰ ਉੱਥੇ ਬਹਿ ਕੇ ਹਵਨ ਕੀਤਾ ਤੁਸੀਂ ਆਪ। ਨਹੀਂ ਉਹ ਬੰਦਾ ਆਪ ਹੀ ਗਿਆ ਹੋਣਾ ਜਿਹੜਾ ਬੋਲਦਾ, ਮੈਨੂੰ ਤਾਂ ਪਤਾ ਨਹੀਂ ਨਾ ਅਸੀਂ ਕਰਿਆ। ਫੋਟੋਆਂ ਨੇ ਮੇਰੇ ਕੋਲੇ। ਨਹੀਂ ਫੋਟੋਆਂ ਤਾਂ ਹੁਣ ਉਹ ਤਾਂ ਧੂਣਿਆ ਤੇ ਤੁਹਾਨੂੰ ਦੱਸਿਆ ਤਾਂ ਵੀ ਜਾਂਦੇ ਹੀ ਆ ਧੂਣਿਆ ਤੇ। ਹਮ ਇਕੱਲੇ ਬੈਠੇ ਹੋ ਤੁਸੀਂ? ਧੂਣੇ ਤੇ ਤਾਂ ਹੋਰ ਸੰਗਤ ਹੋਣੀ ਚਾਹੀਦੀ ਹੈ। ਨਹੀਂ ਉਹ ਤਾਂ ਹੁਣ ਇਕੱਲੇ ਬੈਠੇ ਹੋ, ਨਾਲ ਅੱਗੇ ਤੁਸੀਂ ਹਵਨ ਹੋ ਰਿਹਾ। ਤੁਸੀਂ ਮੰਨਦੇ ਹੋ ਜਿਵੇਂ ਪਾਸਪੋਰਟਾਂ ਤੇ ਸਾਈਨ ਕਰ ਦੇ ਜਾਂਦੇ, ਵੀਜ਼ੇ ਲੱਗ ਜਾਂਦੇ ਆ? ਨਹੀਂ ਇਹ ਤਾਂ ਉਹ ਦੱਸ ਸਕਦੇ ਆ ਨਾ ਜੀ, ਹੁਣ ਮੈਂ ਤਾਂ ਨਹੀਂ ਦੱਸ ਸਕਦਾ। ਜੇ ਤੁਹਾਡੇ ਮਿੱਤਰ ਨੇ, ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ, ਤੁਸੀਂ ਉੱਥੇ ਗਾਉਣੇ ਪਏ ਹੋ, ਨਾਲ ਬੈਠੇ ਆ। ਅਸੀਂ ਦੀਵਾਨ ਲਾਉਣ ਗਏ ਆ ਸੰਗਤੀ ਰੂਪ ਚ ਕਿਸੇ ਦੇ ਘਰ ਚ ਆ ਗਏ, ਤੇ ਹੁਣ ਮੈਂ ਇਹ ਤਾਂ ਕਹਿਣਾ ਰਿਹਾ ਵੀ ਤੁਸੀਂ ਇੱਥੋਂ ਭੱਜੋ, ਵੀ ਮੈਨੂੰ ਤਾਂ ਤੁਹਾਡਾ ਪਰਛਾਵਾਂ ਮਾੜਾ। ਭਾਵੇਂ ਕੋਈ ਕਿਸੇ ਕੱਲ ਨੂੰ ਰਾਮ ਰਹੀਮ ਨਾਲ ਬਹਿ ਜਾਊਗਾ ਤੁਸੀਂ 2-2000 ਦੇ ਨੋਟਾਂ ਦੇ ਕੋਲ ਕਿਉਂ ਬੈਠੇ ਹੋ? ਕਹਿੰਦੇ ਠੰਡ ਇੰਨੀ ਲੱਗਦੀ ਸੀ, ਬਾਬਾ ਜੀ ਨੂੰ ਲੱਕੜ ਥਿਆਈ ਨਹੀਂ, ਉਹਨਾਂ ਨੇ 2000 ਦੇ ਨੋਟਾਂ ਨੂੰ ਅੱਗ ਲਾ ਦਿੱਤੀ। ਬਾਕਰਪੁਰ ਵਾਲੇ ਬਾਬੇ ਕੋਲੇ ਜਾ ਕੇ ਬਹਿ ਜਾਂਦੇ ਹੋ, ਕਦੇ ਧੂਣੀਆਂ ਲਾਉਣੇ ਹੋ, ਕਦੇ ਹਵਨ ਕਰਦੇ ਹੋ। ਹਵਨ ਕਰਾਉਣਾ ਲੋਕਾਂ ਨੂੰ, ਲੋਕਾਂ ਤੋਂ ਪੈਸੇ ਮੰਗਦੇ ਹੋ ਜਾ ਕੇ ਵੀ ਹਵਨ ਕਰਾਓ, ਪੈਸੇ ਦਿਓ ਸਾਨੂੰ। ਜੇ ਤੁਸੀਂ ਇੰਨੇ ਸੱਚੇ ਸੁੱਚੇ ਚੰਗੇ ਹੋ, ਗੁਰੂ ਦੇ ਸਿੱਖੋਂ, ਫਿਰ ਨਿਹੰਗ ਜਿਹੜੇ ਨਿਹੰਗ ਸਿੰਘ ਸੀ ਉਹ ਤੁਹਾਡੀਆਂ ਉਂਗਲਾਂ ਕਿਉਂ ਵੱਢਦੇ ਸੀ? ਫਿਰ ਤੁਸੀਂ ਉਹਦੇ 'ਚ ਮਾਫੀਆਂ ਕਿਉਂ ਮੰਗੀ ਜਾਂਦੇ ਹੋ? ਜਦੋਂ 10 ਬੰਦੇ ਇੱਕ ਬੰਦੇ ਨੂੰ ਘੇਰਨਗੇ ਤੇ ਕੀ ਕਰੂਗਾ? ਗੁਰੂ ਦੇ ਸਿੰਘ ਹੋ ਤੁਸੀਂ, ਲੜਦੇ ਉਹਨਾਂ ਨਾਲ। ਪ੍ਰਵਾਨਿਤ ਜਿਹੜਾ ਸ਼ਬਦ ਕੀਰਤਨ ਦਿੱਤਾ ਗਿਆ, ਤੁਸੀਂ ਉਹ ਕਿਉਂ ਨਹੀਂ ਕਰਦੇ? ਮੇਰਾ ਇਹ ਸਵਾਲ ਹੈ। ਤੇ ਸਾਡਾ ਵੀ ਤਾਂ ਉਦਾਂ ਹੀ ਆ ਨਾ। ਲੋਕ ਹੁਣ ਪਿੰਡਾਂ ਦੇ ਲੋਕ ਜਿਹੜੇ ਧਾਰਨਾ ਗਾਉਣ ਦੀ ਰਿਵਾਇਤ ਚਲਾਈ, ਕਿਹੜੇ ਗੁਰੂ ਸਾਹਿਬ ਨੇ ਢਾਡੀਆਂ ਦੀ ਕਲਾ ਚਲਾਈ ਹੈ? 6ਵੇਂ ਪਾਤਸ਼ਾਹ ਨੇ। ਸਿੱਖ ਪੰਥ 'ਚ ਧਾਰਨਾ ਗਾਉਣ ਦੀ ਬੜੀ ਪੁਰਾਣੀ ਰੀਤ ਚੱਲੀ ਆ ਰਹੀ ਹੈ, ਪਰ ਅੱਜ ਕੱਲ ਧਾਰਨਾ ਤੋਂ ਵੀ ਗਾਂਹ ਕੰਮ ਟੱਪ ਗਿਆ। ਬਾਬੇ ਹੁਣ ਗੀਤ ਗਾਉਣ ਲੱਗ ਗਏ ਹੈ। ਬਾਬਾ ਗੁਲਾਬ ਸਿੰਘ ਦੇ ਉੱਤੇ ਪਿਛਲੇ ਦਿਨੀ ਬੜੇ ਵੱਡੇ ਦੋਸ਼ ਵੀ ਲੱਗੇ ਹੈ। ਕਿਸੇ ਨੇ ਉਹਨਾਂ ਨੂੰ ਤਾਂਤਰਿਕ ਕਿਹਾ, ਕਿਸੇ ਨੇ ਕਿਹਾ ਕਿ ਸੋਨਾ ਪੱਟ ਕੇ ਜਿਹੜਾ ਲੋਕਾਂ ਦੇ ਘਰਾਂ 'ਚੋਂ ਸੋਨਾ ਕੱਢ ਦਿੰਦੇ ਹੈ। ਤਸਵੀਰਾਂ ਬਹੁਤ ਵਾਇਰਲ ਆਈਆਂ, ਨਿਹੰਗਾਂ ਦੇ ਨਾਲ ਇੱਕ ਵੀਡੀਓ ਆਈ। ਅੱਜ ਤਮਾਮ ਸਵਾਲਾਂ ਦੇ ਜਵਾਬ ਲਵਾਂਗੇ। ਬਾਬਾ ਗੁਲਾਬ ਸਿੰਘ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹੋ ਤੁਸੀਂ? ਸੰਤ ਹੋ, ਬਾਬੇ ਹੋ, ਤਾਂਤਰਿਕ ਹੋ, ਕੀ ਹੋ? ਤੁਸੀਂ ਕੀ ਸਮਝਦੇ ਹੋ ਮੈਨੂੰ? ਮੇਰੇ ਸਾਹਮਣੇ ਤਾਂ ਇੱਕ ਹਿਊਮਨ ਬੀਇੰਗ ਬੈਠਾ, ਵਿਅਕਤੀ ਬੈਠਾ, ਬੰਦਾ ਬੈਠਾ ਬਸ ਜੀ। ਇਹ ਤੁਸੀਂ ਜਵਾਬ ਦਿਓ, ਤੁਸੀਂ ਸੰਗਤ ਦੇ ਅੱਗੇ ਅੱਜ ਜਵਾਬ ਦਿਓ। ਤੁਹਾਡੀਆਂ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓਜ਼, ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਹੈ। ਸੰਗਤ ਜਵਾਬ ਚਾਹੁੰਦੀ ਹੈ ਤੁਹਾਡੇ ਤੋਂ। ਜੀ ਦੇਖੋ, ਇੱਕ ਤਾਂ ਇਹ ਆ ਵੀ ਜਿਹੜੀਆਂ ਧਾਰਨਾ ਜਾਂ ਜਿਹੜੇ ਗੀਤ ਗਾਉਣੇ ਨੇ, ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਾਂ। ਹਾਂਜੀ, ਉਸ ਮਾਲਕ ਦੀ ਆਪਾਂ ਕੀਰਤੀ ਕਰਦੇ ਹਾਂ। ਪਹਿਲਾਂ ਅਸੀਂ ਧਾਰਨਾ ਗਾਉਂਦੇ ਸੀਗੇ ਢੋਲਕਿਆਂ ਚਿਮਟਿਆਂ ਨਾਲ, ਹੌਲੀ ਹੌਲੀ ਕੀਰਤਨ 'ਚ ਮਠਿਆਸ ਆਈ ਜਾਂ ਰਹਾ ਬਦਲਿਆ ਕੀਰਤਨ ਦਾ, ਤੇ ਉਹਨੂੰ ਅਸੀਂ ਕਲਾਸੀਕਲ ਧਾਰਨਾ ਗਾਉਣ ਲੱਗ ਗਏ। ਜਿੱਦਾਂ 50 ਸਾਲ ਪਹਿਲਾਂ ਰਾੜੇ ਵਾਲੇ ਮਹਾਰਾਜ ਧਾਰਨਾ ਹੋਰ ਤਰੀਕੇ ਨਾਲ ਗਾਉਂਦੇ ਸੀ, ਅਸੀਂ ਉਹਨੂੰ ਨਿਖਾਰ ਕੇ ਹੋਰ ਤਰੀਕੇ ਨਾਲ ਲੈ ਕੇ ਆਏ ਅੱਗੇ। ਅੱਛਾ, ਫਿਰ ਕਿਸੇ ਜ਼ਮਾਨਾ ਆ ਗਿਆ ਢੱਡਰੀਆਂ ਵਾਲੇ ਸੰਤਾਂ ਦਾ, ਤੇ ਉਦੋਂ ਮਤਲਬ ਸੀਗਾ ਬਾਬਿਆਂ ਦਾ ਵੀ 6 ਚਿਮਟੇ ਹੋ ਗਏ, 2 ਢੋਲਕੀਆਂ ਹੋ ਗਈਆਂ, ਤਬਲਾ ਹੋ ਗਿਆ। ਉਹਨਾਂ ਨੂੰ ਦੇਖ ਦੇਖ ਕੇ ਅੱਗੇ ਅੱਗੇ ਫਿਰ ਐਸਾ ਨਿਖਾਰ ਕੀਰਤਨ 'ਚ ਆਇਆ। ਕਲਾਸੀਕਲ ਮੈਂ ਕੀਰਤਨ ਸਿੱਖਿਆ ਸੀਗਾ ਜਦੋਂ ਮੈਂ ਆਪਣਾ ਇੱਥੇ ਸਾਡੇ ਸਤਿਕਾਰਯੋਗ ਮਹਾਂਪੁਰਸ਼ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਮਹਾਂਪੁਰਸ਼, ਉਹਨਾਂ ਕੋਲ ਰਹਿ ਕੇ ਮੈਂ ਸਿੱਖਿਆ। ਬਕਾਇਦਾ ਇਸ ਚੀਜ਼ ਦੀ ਸਿੱਖਿਆ ਲਈ ਆ ਮੈਂ। ਮਤਲਬ ਐ ਨਹੀਂ ਵੀ 2-4 ਸੁਰਾਂ ਸਿੱਖ ਕੇ ਤੇ ਆਪਾਂ ਬਾਜੇ ਤੇ ਬਹਿ ਗਏ ਤੇ ਲੋਕਾਂ ਨੂੰ ਦੇਖੋ ਦੇਖੀ ਪ੍ਰਚਾਰ ਕਰਨ ਲੱਗ ਗਏ। ਉਹ ਚੀਜ਼ ਨਹੀਂ। ਇਹਦਾ ਬਕਾਇਦਾ ਮੇਰੇ ਕੋਲ ਮਹਾਂਪੁਰਸ਼ਾਂ ਨੇ ਉੱਥੇ ਮੈਨੂੰ ਇਹਦਾ ਕਰਾਇਆ ਹੋਇਆ, ਕੋਰਸ ਕਰਾਇਆ ਹੋਇਆ ਪੂਰਾ। ਤੇ ਮੈਂ ਰਜਿੰਦਰ ਖਾਨ ਸਾਹਿਬ ਮੇਰੇ ਉਸਤਾਦ ਜੀ ਨੇ, ਉਹਨਾਂ ਤੋਂ ਮੈਂ 3.5 ਸਾਲ ਇਹਦੀ ਤਾਲੀਮ ਲਈ ਆ। ਤੇ ਜਦੋਂ ਮਿਊਜ਼ਿਕ ਦੀ ਸਰਗਮ ਸਮਝਦੇ ਹੋ ਤੁਸੀਂ? ਸਰਗਮ ਕੀ ਸਾਰਾ ਕੁਝ ਸਮਝਦਾ ਜੀ ਮੈਂ। ਤੁਸੀਂ ਮਤਲਬ ਜੋ ਮਤਲਬ
ਕੋਈ ਉਦੋਂ ਵੀ, ਇਹ ਅੱਜ ਦੀ ਗੱਲ ਨਹੀਂ, ਜਦੋਂ ਉਦੋਂ ਵੀ ਮੈਂ ਬਾਬਾ ਜੀ ਸਾਹਿਬ ਕੋਲ ਰਹਿੰਦਾ ਸੀਗਾ ਤੇ ਉਦੋਂ ਕਿਸੇ ਨੇ ਕੋਈ ਟਿਊਨ ਵਜਾਉਣੀ ਤਾਂ ਮੇਰੇ ਦਿਮਾਗ 'ਚ ਉਸੇ ਵੇਲੇ ਮੇਰੇ ਤੋਂ ਜਿਹੜੇ 2-2 ਸਾਲ ਪਹਿਲਾਂ ਆਏ ਵਿਦਿਆਰਥੀ ਸੀ ਉਹ ਵੀ ਮੈਂ ਪਿੱਛੇ ਛੱਡਤੇ ਸੀਗੇ, ਕਿਉਂਕਿ ਮੈਂ ਉੱਥੇ ਸਿਖਾਇਆ ਹੀ ਇਹੋ ਜਿਹੇ ਤਰੀਕੇ ਨਾਲ ਜਾਂਦਾ ਸੀਗਾ। ਜਦੋਂ ਉਸਤਾਦ ਤੁਹਾਨੂੰ ਉਹ ਵੀ ਖਾਨ ਸਾਹਿਬ ਮੁਸਲਮਾਨਾਂ ਕੋਲ ਤਾਂ ਇਹ ਬਹੁਤ ਵੱਡੀ ਮਤਲਬ ਇੱਕ ਕਲਾ ਹੁੰਦੀ ਹੈ, ਜਿਸ ਕਿਸੇ ਦੇ ਸਿਰ ਤੇ ਹੱਥ ਰੱਖ ਦੇਣ ਤਾਂ ਉਹ ਸ਼ਾਮ ਤੱਕ ਕੀਰਤਨ ਕਰਨ ਲਾ ਸਕਦੇ ਆ। ਤੇ ਮੈਂ ਉਹਨਾਂ ਤੋਂ ਬਕਾਇਦਾ ਇਹ ਤਾਲੀਮ ਲਈ ਆ। ਜਿਹੜੇ ਬੰਦੇ ਅੱਜ ਦੇ ਸਮੇਂ 'ਚ ਇਹ ਗੱਲ ਕਰਦੇ ਆ ਵੀ ਇਹ ਗੁਲਾਬ ਸਿੰਘ ਹਰਕਤਾਂ ਲਾਉਂਦਾ ਜਾਂ ਇਹ ਮੇਰਾ ਰਿਆਜ਼ ਵੀ ਆ ਔਰ ਰਿਆਜ਼ ਕਰਦਾ ਵੀ ਆ, ਔਰ ਜਿਹੜਾ ਬਕਾਇਦਾ ਮੈਂ ਧਾਰਨਾ ਜਿਹੜੀਆਂ ਇਹ ਕੰਪੋਜੀਸ਼ਨਾਂ ਬਣਾਈਆਂ ਨੇ, ਇਹ ਜੇ ਮੈਂ ਸਿੱਖਿਆ ਸੀ ਤਾਂ ਬਣਾਈਆਂ ਨੇ। ਅੱਜ ਤੁਸੀਂ ਧਾਰਨਾ ਨੂੰ ਦੇਖੋ। ਤੁਸੀਂ ਮੇਰਾ ਸਵਾਲ ਸੀ ਵੀ ਸੰਤ ਤੋਂ ਬਾਬੇ ਹੋ ਕਿ ਤਾਂਤਰਿਕ ਹੋ, ਇਹ ਲੋਕ ਸਵਾਲ ਕਰ ਰਹੇ, ਤੁਸੀਂ ਆਪਣੇ ਆਪ ਨੂੰ ਕੀ ਸਮਝਦੇ? ਨਾ ਤਾਂ ਮੈਂ ਤਾਂਤਰਿਕ ਹਾਂ, ਨਾ ਮੈਂ ਸੰਤ ਹਾਂ, ਤੇ ਨਾ ਹੀ ਮੈਂ ਬਾਬਾ। ਮੈਂ ਤਾਂ ਇੱਕ ਆਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਸਿੱਖ ਹਾਂ। ਜੇ ਸਿੱਖ ਹੋ ਤਾਂ ਫਿਰ ਧੂਣੀਆਂ ਤੇ ਕਿਉਂ ਬਹਿੰਦੇ ਹੋ ਜਾ ਕੇ? ਧੂਣੀਆਂ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਧੂਣੇ ਲੱਗਦੇ ਨੇ ਉੱਥੇ ਜਾ ਕੇ। ਮੈਂ ਇਕੱਲਾ ਥੋੜੀ ਬਹਿਣਾ, ਸਾਰੇ ਹੀ ਬਹਿੰਦੇ ਨੇ। ਤੇ ਜੇ ਗੁਰੂ ਸਾਹਿਬ ਦੇ ਸਿੱਖ ਹੋ, ਆਵਾਜ਼ ਬਖਸ਼ੀ ਗੁਰੂ ਸਾਹਿਬ ਨੇ ਜੀ, ਸਿੱਖਿਆ ਲਈ, ਤਾਲੀਮ ਲਈ, ਫਿਰ ਪੱਕੀ ਬਾਣੀ ਗੁਰਬਾਣੀ ਦਾ ਗਾਇਨ ਕਿਉਂ ਨਹੀਂ ਕਰਦੇ? ਤੇ ਪੱਕੀ ਬਾਣੀ ਅਸੀਂ ਕਰਦੇ, ਗੁਰਬਾਣੀ ਦਾ ਹੀ ਗਾਇਨ ਕਰਦੇ ਹਾਂ। ਜਿਹੜੀ ਕੱਚੀ ਬਾਣੀ ਤਾਂ ਉਹ ਹੁੰਦੀ ਆ ਜਿਹੜੀ ਤੁਸੀਂ ਮਤਲਬ ਬਾਹਰਲੇ ਲੈਵਲ ਤੋਂ, ਜਿੱਦਾਂ ਹੁਣ ਹੋਰ ਹੀ ਕੁਝ ਬੇਤੁਕੀਆਂ ਗੱਲਾਂ ਜਿਨ੍ਹਾਂ ਦਾ ਕੋਈ ਅਰਥ ਨਹੀਂ ਬਣਦਾ ਗੁਰੂ ਸਾਹਿਬ ਦੀ ਬਾਣੀ 'ਚ ਜਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ, ਤੁਸੀਂ ਉਹ ਕਰਨੀਆਂ। ਜਦੋਂ ਗੁਰੂ ਸਾਹਿਬ ਨੇ ਬਾਣੀ ਦੇਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਭਾਈ ਗੁਰਦਾਸ ਜੀ ਦੀ ਬਾਣੀ ਹੈ, ਪ੍ਰਮਾਣਿਤ ਜਿਹੜਾ ਸ਼ਬਦ ਕੀਰਤਨ ਦਿੱਤਾ ਗਿਆ, ਤੁਸੀਂ ਉਹ ਕਿਉਂ ਨਹੀਂ ਕਰਦੇ? ਮੇਰਾ ਇਹ ਸਵਾਲ ਹੈ। ਤੁਸੀਂ ਐ ਦੱਸੋ ਵੀ ਜਿਹੜੇ ਢਾਡੀ ਸਿੰਘ ਵਾਰਾਂ ਗਾਉਂਦੇ ਨੇ ਉਹ ਗੁਰਬਾਣੀ ਗਾਉਂਦੇ ਆ? ਗੁਰਬਾਣੀ ਦੇ ਸ਼ਬਦ ਗਾਉਂਦੇ ਨੇ ਉਹ? ਢਾਡੀ ਸਿੰਘਾਂ ਦੀ ਤਾਂ ਆਪਣੀ ਇੱਕ ਰਵਾਇਤ ਹੈ, ਤੇ ਸਾਡੀ ਧਾਰਨਾ ਦੀ ਵੀ ਇੱਕ ਗੁਰੂ ਸਾਹਿਬ ਨੇ ਵੀਰ ਰਸ ਵਾਸਤੇ ਇੱਕ ਵੱਖਰੀ ਇੱਕ ਸਿਸਟਮ ਚਲਾਇਆ, ਇੱਕ ਰਵਾਇਤ ਚਲਾਈ। ਤੇ ਸਾਡਾ ਵੀ ਤਾਂ ਉਦਾਂ ਹੀ ਆ ਨਾ। ਲੋਕ ਹੁਣ ਪਿੰਡਾਂ ਦੇ ਲੋਕ ਜਿਹੜੇ ਨੇ ਧਾਰਨਾ ਗਾਉਣ ਦੀ ਰਵਾਇਤ ਚਲਾਈ, ਕਿਹੜੇ ਗੁਰੂ ਸਾਹਿਬ ਨੇ ਢਾਡੀਆਂ ਦੀ ਕਲਾ ਚਲਾਈ ਆ? ਛੇਵੇਂ ਪਾਤਸ਼ਾਹ ਨੇ। ਤੇ ਇਹ ਜਿਹੜੀ ਚਲਾਈ ਆ ਧਾਰਨਾ, ਇਹ ਬਾਬੇ ਰਾੜੇ ਵਾਲਿਆਂ ਨੇ, ਬਾਬਾ ਮਸਤਵਾਣੇ ਵਾਲੇ, ਬਾਬਾ ਅਤਰ ਸਿੰਘ ਮਹਾਰਾਜ ਨੇ, ਇਹ ਵੀ ਤਾਂ ਮਹਾਰਾਜ ਵੱਲੋਂ ਹੀ ਹੋਏ ਨੇ। ਉਹਨਾਂ ਨੇ ਰੀਤ ਚਲਾਈ ਆ। ਪਿੰਡਾਂ ਦੇ ਲੋਕ ਜਿਹੜੇ ਸਮਝਦੇ ਨਹੀਂ ਸੀਗੇ ਉਹਨਾਂ ਸਮਿਆਂ 'ਚ, ਉਦੋਂ ਗੁਰਬਾਣੀ ਜਿਹੜੀ ਉਹ ਬੋਲਦੇ ਸੀਗੇ, ਤੇ ਪਿੰਡਾਂ ਦੇ ਲੋਕ ਘੱਟ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ। ਫਿਰ ਉਹਨਾਂ ਨੇ ਜੋਟੀਆਂ ਬਣਾ ਕੇ ਧਾਰਨਾ, ਮਤਲਬ ਪਹਿਲਾਂ ਜਦੋਂ ਲਾੜੇ ਦਾ ਵਿਆਹ ਕਰਨ ਜਾਂਦੇ ਸੀਗੇ, ਲਾੜੇ ਨੂੰ ਵਿਆਹੁਣ ਵਾਸਤੇ ਜਾਂਦੇ ਸੀ, ਆਪਦੇ ਦੂਜੇ ਗੀਤ ਗਾਉਂਦੇ ਸੀ। ਬਾਬੇ ਮਸਤਵਾਣੇ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ, ਬਾਬਾ ਅਤਰ ਸਿੰਘ ਮਹਾਰਾਜ ਨੇ ਫਿਰ ਇਹਨੂੰ ਮੋੜ ਲਿਆਂਦਾ। ਉਹ ਜੋਟੀਆਂ ਬਣਾ ਕੇ ਆਪ ਪਹਿਲਾਂ ਪਿੱਛੇ ਅੱਗੇ ਬੋਲਣਾ ਤੇ ਫਿਰ ਸੰਗਤ ਪਿੱਛੇ ਬੋਲਦੀ ਸੀਗੀ। ਉਹ ਧਾਰਨਾ ਜਿਹੜੀ ਆ ਉਹ ਗੁਰਬਾਣੀ ਦਾ ਅਰਥ ਕਰਕੇ ਫਿਰ ਸੰਗਤਾਂ ਤੋਂ ਉਹ ਬੁਲਵਾਉਣ ਵਾਸਤੇ ਲਾਇਆ। ਜਿੱਦਾਂ ਧਾਰਨਾ ਜਿਹੜੀ ਹੁੰਦੀ ਆ, ਗੁਰਬਾਣੀ ਤਾਂ ਗੁਰਬਾਣੀ ਆ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸੰਗਤ ਨੂੰ ਵੀ, ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ, ਗੁਰਬਾਣੀ ਆ। ਜਿਹੜੀ ਧਾਰਨਾ ਇਹ ਗੁਰਬਾਣੀ ਦਾ ਅਰਥ ਕਰਦੀ ਆ। ਹਾਂਜੀ, ਜਿੱਦਾਂ ਹੁਣ ਤੁਸੀਂ ਦੇਖੋ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮੈ ਕੌਡੀ ਬਦਲਾਏ, ਧਰਮਰਾਜ ਜਬ ਲੇਖਾ ਮੰਗਿਆ ਕਿਆ ਮੁੱਖ ਲੈ ਕੇ ਜਾਏਗਾ। ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਤੇ ਉੱਥੇ ਆਪਾਂ ਨਾਲ ਸਰਲ ਤਰੀਕੇ ਨਾਲ ਪੜ੍ਹਤਾ। ਜੇ ਆਪਾਂ ਹੁਣ ਸਰਲ ਤਰੀਕੇ ਨਾਲ ਕਹੀਏ ਵੀ ਧਰਮਰਾਜ ਜਬ ਲੇਖਾ ਮੰਗਿਆ ਕਿਹੜਾ ਮੁੱਖ ਲੈ ਕੇ ਜਾਏਗਾ, ਹਨਾ, ਤੇ ਉੱਥੇ ਆਪਾਂ ਪੜ੍ਹਤਾ ਜਦੋਂ ਧਰਮਰਾਜ ਨੇ ਲੇਖਾ ਮੰਗਿਆ ਫਿਰ ਕੀ ਜਵਾਬ ਦੇਵੇਗਾ। ਅਰਥ ਤਾਂ ਇੱਕੋ ਹੋ ਗਿਆ ਨਾ। ਉਹ ਅਰਥ ਨੂੰ ਅਸੀਂ ਗਾ ਕੇ ਪੜ੍ਹਤਾ ਤੇ ਉਹਨੂੰ ਧਾਰਨਾ ਬਣਾ ਕੇ ਲੋਕਾਂ ਨੇ ਇੱਕ ਮਤਲਬ ਗੱਲ ਹੀ ਬਣਾ ਲਈ ਵੀ ਇਹ ਕੱਚੀ ਬਾਣੀ ਪੜ੍ਹਦੇ ਨੇ। ਤਾਂ ਗੁਰੂ ਘਰ ਦੇ ਇੰਨੇ ਕੀਰਤਨੀ ਹੈ, ਉਹ ਛੱਡਦੇ ਨੇ, ਉਹ ਸੌਖੇ ਤਰੀਕੇ ਨਾਲ ਸਮਝਾਣ ਹੀ ਲੱਗ ਜਾਣ। ਫਿਰ ਸਾਰੇ ਮਹਾਂਪੁਰਸ਼ਾਂ ਨੇ ਸਮਝਾਇਆ ਹੀ ਹੈ ਜੀ। ਰਾਗੀ ਸਿੰਘ ਨੇ ਜਿਹੜੇ ਕੀਰਤਨ ਕਰਦੇ ਆਪਦੇ ਸੋਹਣੇ ਤਰੀਕੇ ਨਾਲ ਕਰ ਰਹੇ ਆ, ਪਰ ਜਿਹੜਾ ਅਸੀਂ ਧਾਰਨਾ ਜਿੱਦਾਂ ਅਸੀਂ ਗਾਉਂਦੇ ਆ, ਧਾਰਨਾ ਵਾਲੇ ਮਹਾਂਪੁਰਸ਼ ਕਿੰਨੇ ਨੇ ਸਮਝਾ ਰਹੇ ਨੇ ਸਭ। ਜਿਸ ਕੀਰਤੀ ਵਿੱਚ, ਚਾਹੇ ਉਹ ਗੀਤ ਹੋਵੇ, ਚਾਹੇ ਉਹ ਧਾਰਨਾ ਹੋਵੇ, ਚਾਹੇ ਕਵਿਤਾ ਹੋਵੇ, ਚਾਹੇ ਵਾਰ ਹੋਵੇ, ਜਿਸ ਵਾਰ ਕਵਿਤਾ ਗੀਤ ਵਿੱਚ ਗੁਰੂ ਦੀ ਸੋਭਾ ਹੋਵੇ, ਉਹ ਕਿਸੇ ਤਰੀਕੇ ਨਾਲ ਕੀਤੀ ਜਾਵੇ, ਉਹ ਪ੍ਰਵਾਨ ਹੀ ਹੈ ਜੀ। ਕਰਦੇ ਉੱਥੇ ਹੋ ਜਿੱਥੇ ਕੋਈ ਬਾਕਰਪੁਰ ਵਾਲੇ ਬਾਬੇ ਕੋਲੇ ਜਾ ਕੇ ਬਹਿ ਜਾਂਦੇ ਹੋ, ਕਦੇ ਧੂਣੀਆਂ ਲਾਉਣੇ ਹੋ, ਕਦੇ ਹਵਨ ਕਰਦੇ ਹੋ। ਹਵਨ ਕਰਾਉਣਾ ਲੋਕਾਂ ਤੋਂ ਪੈਸੇ ਮੰਗਦੇ ਹੋ ਜਾ ਕੇ ਵੀ ਹਵਨ ਕਰਾਓ, ਪੈਸੇ ਦਿਓ ਸਾਨੂੰ। ਅੱਜ ਤੱਕ ਇੱਕ ਵੀ ਬੰਦਾ ਇਹ ਗੱਲ ਕਹਿ ਨਹੀਂ ਸਕਿਆ ਵੀ ਅਸੀਂ ਧੂਣੀਆਂ ਲਾਈਆਂ ਜਾਂ ਅਸੀਂ ਮਤਲਬ ਹਵਨ ਕੀਤੇ ਨੇ। ਜਿੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਧੂਣਾ ਹੁੰਦਾ, ਹੁਣ ਮੈਂ ਤਾਂ ਕੱਲ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ, ਉੱਥੇ ਜਾ ਕੇ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਫਿਰ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਧੂਣੇ ਤੇ ਸਿਜਦਾ ਕੀਤਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਫਰਜ਼ੰਦ ਨੇ। ਉਹਨਾਂ ਦੇ ਧੂਣੇ ਚੱਲਦੇ ਨੇ ਤੇ ਚੱਲਦੇ ਰਹਿਣੇ ਆ। ਪਹਿਲਾਂ ਵੀ ਗਏ ਆ ਤੇ ਹੁਣ ਵੀ ਜਾਣਾ ਤੇ ਅੱਗੇ ਤੋਂ ਵੀ ਜਾਵਾਂਗੇ। ਆਪਾਂ ਕਿਸੇ ਦੇ ਰੋਕੇ ਤੇ ਰੁਕਣਾ ਥੋੜੀ ਆ। ਸੋਨਾ ਵੀ ਕੱਢਦੇ ਹੋ ਘਰਾਂ ਚੋਂ? ਸੋਨੇ ਵਾਲਾ ਤੇ ਐਵੇਂ ਬਕਵਾਸ ਮਾਰਦੇ ਲੋਕ। ਇਹ ਤਾਂ ਜਦੋਂ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਤੁਸੀਂ ਮੇਰੇ ਬਾਰੇ ਕੋਈ ਇਦਾਂ ਦੀ ਗੱਲ ਸੁਣੀ ਆ? ਤੁਸੀਂ ਇਹ ਦੱਸੋ ਮੈਨੂੰ ਕਿ ਜਿਹੜੀ ਇਹ ਗੱਲ ਆਈ ਕਿ ਤੁਸੀਂ ਕਿਸੇ ਦੇ ਘਰੇ ਗਏ, ਉਹਦੀਆਂ ਟੈਲਾਂ ਪਟਾਤੀਆਂ ਜਾ ਕੇ, ਫਿਰ ਉਹਨਾਂ ਨੂੰ ਕਿਹਾ ਇੱਥੋਂ ਸੋਨਾ ਨਿਕਲਣਾ, ਆਪ ਹੀ ਸਿੱਟਤਾ ਸੋਨਾ, ਫਿਰ ਲੋਕਾਂ ਨੂੰ ਕਿਹਾ ਕਿ ਭਾਈ ਇੱਥੇ ਹਵਨ ਕਰਾਓ, 3 ਹਵਨ ਦੇ ਇੰਨੇ 1000 ਰੁਪਈਆ ਲਵਾਂਗੇ ਅਸੀਂ, ਤੇ ਫਿਰ ਉੱਥੇ ਬਹਿ ਕੇ ਹਵਨ ਕੀਤਾ ਤੁਸੀਂ ਆਪ? ਨਹੀਂ, ਉਹ ਬੰਦਾ ਆਪ ਹੀ ਗਿਆ ਹੋਣਾ ਜਿਹੜਾ ਬੋਲਦਾ। ਮੈਨੂੰ ਤਾਂ ਪਤਾ ਨਹੀਂ ਜੀ ਇਸ ਗੱਲ ਦਾ, ਨਾ ਅਸੀਂ ਕਰਿਆ ਨਾ। ਫੋਟੋਆਂ ਨੇ ਮੇਰੇ ਕੋਲੇ। ਨਹੀਂ, ਫੋਟੋਆਂ ਤਾਂ ਹੁਣ ਉਹ ਤਾਂ ਧੂਣਿਆਂ ਤੇ ਤੁਹਾਨੂੰ ਦੱਸਿਆ ਤਾਂ ਵੀ ਜਾਂਦੇ ਹੀ ਆ ਧੂਣਿਆਂ ਤੇ। ਇਕੱਲੇ ਬੈਠੇ ਹੋ ਤੁਸੀਂ?
ਧੂਣੇ ਤੇ ਤਾਂ ਹੋਰ ਸੰਗਤ ਹੋਣੀ ਚਾਹੀਦੀ ਹੈ। ਨਹੀਂ ਉਹ ਤਾਂ ਉਸ 'ਚ ਹੁਣ ਤਾਂ ਨਹੀਂ, ਇਕੱਲੇ ਬੈਠੇ ਹੋ, ਨਾਲ ਨਹੀਂ, ਅੱਗੇ ਤੁਸੀਂ ਹਵਨ ਹੋ ਰਿਹਾ। ਇਹ ਜ਼ਰੂਰੀ ਤਾਂ ਨਹੀਂ ਹੈਗਾ ਵੀ ਜਦੋਂ ਧੂਣੇ ਤੇ ਜਾਣਾ। ਮੈਂ ਹੁਣ ਅਸੀਂ ਬਾਬਾ ਗੁਰਦਿੱਤਾ ਜੀ ਦੇ ਜਾਂਦੇ ਆ, ਬਾਠ ਸਾਹਿਬ ਦੀ ਧਰਤੀ ਤੇ ਜਾਂਦੇ ਆ, ਹੁਣ ਜਾਂ ਰਾਜਾ ਸਾਹਿਬ ਦੇ ਮਜਾਰੇ ਜਾਂਦੇ ਆ। ਜ਼ਿਆਦਾਤਰ ਮਤਲਬ ਸਾਡੀ ਹੁੰਦੀ ਵੀ ਅਸੀਂ ਇਕੱਲੇ ਜਾਈਏ ਤੇ ਨਮਸਕਾਰ ਕਰੀਏ। ਦਿਨ 'ਚ ਜਾਈਏ ਲੋਕੀ ਫੋਟੋਆਂ ਵਾਲੇ ਆ ਜਾਂਦੇ ਜਾਂ ਹੋਰ ਮਤਲਬ ਬਹੁਤ ਤਰੀਕੇ ਨਾਲ ਲੋਕੀ ਉੱਥੇ ਮਿਲਦੇ ਨੇ, ਪਰ ਸਾਨੂੰ ਆ ਵੀ ਅਸੀਂ ਸਕੂਨ ਲੈਣਾ ਆਪਦਾ ਜਾ ਕੇ ਤੇ ਆਪਦੇ 10 ਮਿੰਟ ਉੱਥੇ ਬਹਿ ਜੇ। ਇਕੱਲੇ ਜਾਈਦਾ ਤਾਂ ਉਹਦੇ 'ਚ ਕੀ ਮਤਲਬ? ਆਪਾਂ ਨਾ ਸੰਗਤ ਲੈ ਕੇ ਜਾਣੀ ਜ਼ਰੂਰੀ ਹੈ ਨਾਲ। 2-2 ਹਜ਼ਾਰ ਦੇ ਨੋਟਾਂ ਦੇ ਕੋਲ ਕਿਉਂ ਬੈਠੇ ਹੋ ਫਿਰ? ਉਹ ਤਾਂ ਸਾਰੀਆਂ ਐਡਿਟ ਕਰੀਆਂ ਹੋਈਆਂ ਫੋਟੋਆਂ ਨੇ ਮਹਾਰਾਜ। ਉਹ 2-2 ਹਜ਼ਾਰ ਦੇ ਨੋਟ ਜੇ ਆਏ, ਮੈਂ 3-3 ਦਿਹਾੜੀ ਦੇ ਦੀਵਾਨ ਲਾਉਣਾ, ਦਿਨ ਰਾਤ ਇੱਧਰ ਉੱਧਰ ਫਿਰਦਾ, ਮੈਨੂੰ ਕੀ ਲੋੜ ਆ ਜੇ ਮੇਰੇ ਕੋਲ ਇੰਨਾ ਪੈਸਾ ਹੋਵੇ। ਉਹ ਨੋਟ ਤੁਹਾਡੇ ਨਹੀਂ ਗਏ? ਨਹੀਂ ਸਾਡੇ ਨਹੀਂ ਨੋਟ ਹੈਗੇ ਜੀ। ਬਾਅਦ 'ਚ ਕਹਿੰਦੇ ਕਿ ਬਾਬਾ ਜੀ ਨੇ ਉਹ 2000 ਦੇ ਨੋਟਾਂ ਨੂੰ ਅੱਗ ਲਾਤੀ ਸਿਰਫ ਠੰਡ 'ਚ। ਤੁਸੀਂ ਕਰੇ ਪੈਸੇ ਨੂੰ ਕੋਈ ਅੱਗ ਲਾਊਗਾ ਜਿਹਦੇ ਕੋਲ ਇੰਨਾ ਪੈਸਾ ਹੋਊਗਾ? ਕਹਿੰਦੇ ਠੰਡ ਇੰਨੀ ਲੱਗਦੀ ਸੀ ਬਾਬਾ ਜੀ ਨੂੰ, ਲੱਕੜ ਤੇ ਆਈ ਨਹੀਂ, ਉਹਨਾਂ ਨੇ 2000 ਦੇ ਨੋਟਾਂ ਨੂੰ ਅੱਗ ਲਾਤੀ ਇਹ ਪਤਾ ਕੀ ਵੀ ਹੁੰਦਾ? ਸੇਕ ਲਈਏ ਬਹਿ ਕੇ। ਨਹੀਂ ਮੱਕੜ ਸਾਹਿਬ ਐ ਹੁੰਦਾ ਇਹ, ਜਦੋਂ ਮੈਂ ਤੁਹਾਨੂੰ ਉਹੀ ਤਾਂ ਦੱਸਿਆ ਵੀ ਅੱਜ ਤੋਂ 5 ਸਾਲ ਪਹਿਲਾਂ ਗੁਲਾਬ ਸਿੰਘ ਨੂੰ ਕੋਈ ਨਹੀਂ ਸੀ ਜਾਣਦਾ। ਕੀਰਤਨ ਤਾਂ ਮੈਂ ਉਦੋਂ ਵੀ ਕਰਦਾ ਸੀ, ਪਰ ਅੱਜ ਮੈਂ ਇੱਥੇ ਪਹੁੰਚ ਗਿਆ ਤੇ ਇਹ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਨੇ, ਉਹ ਬੰਦੇ ਨੇ ਜਿਹੜੇ ਕਹਿੰਦੇ ਵੀ ਕਿਸੇ ਦੇ ਮੋਢੇ ਤੇ ਆ ਕੇ ਦੇਖ ਮੈਂ ਕਿੱਡਾ ਬੜਾ। ਉਹ ਲੋਕ ਨੇ ਇਹ। ਹੁਣ ਹਰ ਇੱਕ ਪਾਸੇ ਸੁੱਤਿਆਂ ਨੂੰ ਵੀ ਜਾਗਦਿਆਂ ਨੂੰ ਵੀ ਗੁਲਾਬ ਸਿੰਘ ਹੀ ਦਿਖੀ ਜਾਂਦਾ ਸਾਰੇ ਪਾਸੇ। ਕੱਲ ਦਾ ਹੁਣ ਗਾਣਾ ਚੱਲ ਰਿਹਾ, ਹੁਣ ਉਹ ਦਿਖੀ ਜਾਂਦਾ। ਗਾਣੇ ਤੇ ਤਾਂ ਮੈਂ ਆਉਣਾ। ਮੈਨੂੰ ਇਹ ਦੱਸੋ ਫਿਰ, ਜੇ ਤੁਸੀਂ ਇੰਨੇ ਸੱਚੇ ਸੁੱਚੇ ਚੰਗੇ ਹੋ, ਗੁਰੂ ਦੇ ਸਿੱਖ ਹੋ, ਫਿਰ ਜਿਹੜੇ ਨਿਹੰਗ ਸਿੰਘ ਸੀ ਉਹ ਤੁਹਾਡੀਆਂ ਉਂਗਲਾਂ ਕਿਉਂ ਵੱਢਦੇ ਸੀ ਫਿਰ? ਉਹ ਮਤਲਬ ਇੱਕ ਵੱਖਰਾ ਵਿਸ਼ਾ। ਮਤਲਬ ਸਾਡੇ ਕੋਲ ਇੱਕ ਸਿੰਘ ਰਹਿੰਦਾ ਸੀਗਾ ਤੇ ਆਇਆ ਸੀਗਾ ਸਿੰਘ ਸਾਡੇ ਕੋਲ ਰਹਿਣ ਵਾਸਤੇ, ਉਹਦੇ ਨਾਲ ਸਾਡਾ ਕੋਈ ਝਗੜਾ ਹੋਇਆ ਸੀ। ਹੋਰ ਜਿੱਦਾਂ ਮਤਲਬ ਉਹਨਾਂ ਅੱਜ ਜਿੱਦਾਂ ਕਰੰਟ ਵਾਲੀ ਗੱਲ ਦੱਸੀ, ਇਦਾਂ ਦਾ ਤਾਂ 1% ਵੀ ਨਹੀਂ, ਕਿਉਂਕਿ ਕਾਨੂੰਨ ਕਿੱਥੇ ਆ, ਪੁਲਿਸ ਕਿੱਥੇ ਆ? ਉਦੋਂ ਤੁਸੀਂ ਉਹਦੇ 'ਚ ਮਾਫੀਆਂ ਕਿਉਂ ਮੰਗੀ ਜਾਂਦੇ ਹੋ? ਜਦੋਂ 10 ਬੰਦੇ ਇੱਕ ਬੰਦੇ ਨੂੰ ਘੇਰਨਗੇ ਤੇ ਕੀ ਕਰੂਗਾ ਉੱਥੇ ਤਾਂ ਜਿਹੜਾ ਬੰਦਾ ਮੇਰੇ ਨਾਲ ਗਿਆ ਸੀ ਉਹ ਵੀ ਮਤਲਬ ਮੈਨੂੰ ਗਲਤ ਸਾਬਤ ਕਰੀ ਗਿਆ। ਗੁਰੂ ਦੇ ਸਿੰਘ ਹੋ ਤੁਸੀਂ, ਲੜਦੇ ਉਹਨਾਂ ਨਾਲ? ਨਹੀਂ, ਉਹਨਾਂ ਨਾਲ ਕੀ ਕਾਹਦੀ ਲੜਾਈ ਕਰਦੇ? ਜੇ ਮੈਂ ਜਿਉਂਦਾ ਰਹਿ ਗਿਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਨਾ, ਜੇ ਮੈਂ ਮਰ ਜਾਂਦਾ ਉੱਥੇ ਫਿਰ ਜਿਹੜਾ ਬੰਦਾ ਨਸ਼ੇੜੀ, ਜਿਹੜਾ ਬੰਦਾ ਭੰਗ ਪੀ ਕੇ ਜਾਂ ਜਿਹੜਾ ਬੰਦਾ ਕਰੈਤਾਂ ਕਰਕੇ ਇਹੋ ਜਿਹੇ ਕੰਮ ਕਰਦਾ, ਸਾਰੇ ਗਲਤ ਸੀ ਜਿੰਨੇ ਜਾਣੇ ਨਾਲ ਖੜੇ ਉੱਥੇ? ਤਾਂ ਸਾਰੀ ਗਲਤ ਸੀ। ਮੇਰਾ ਤਾਂ ਹੈ ਹੀ ਨਹੀਂ ਸੀ ਉੱਥੇ ਕੋਈ, ਮੈਂ ਤਾਂ ਚਾਹ ਪੀਣ ਗਿਆ ਸੀ ਢਾਬੇ ਤੇ। ਇਹ ਕਿੱਥੋਂ ਦੀ ਵੀਡੀਓ ਹੈ? ਉੱਥੇ ਸਾਡੇ ਚਮਕੌਰ ਸਾਹਿਬ ਦੇ ਨੇੜੇ ਹੀ ਇੱਕ ਢਾਬਾ ਪੈਂਦਾ, ਉੱਥੇ ਗਿਆ। ਕਿੰਨੇ ਸਾਲ ਪੁਰਾਣੀ ਵੀਡੀਓ ਹੈ? ਇਹਨੂੰ ਹੋ ਗਏ ਮੇਰੇ ਖਿਆਲ ਕੋਈ 4-5-6 ਸਾਲ ਪੁਰਾਣੀ ਹੈ। 4-5-6 ਸਾਲ ਹੋ ਗਏ ਹੁਣ ਇਹਨੂੰ। ਕੁਛ ਤਾਂ ਗਲਤ ਕਰਦੇ ਹੋਣਗੇ ਉਦੋਂ 6 ਸਾਲ ਪਹਿਲਾਂ? ਨਹੀਂ ਇਹੋ ਜਿਹਾ ਗਲਤ ਨਹੀਂ। ਉਹ ਤਾਂ ਪਤਾ ਜਦੋਂ ਉਦੋਂ ਸਾਡਾ ਕਲਯੁਗ ਗੀਤ ਆਇਆ ਹੀ ਆਇਆ ਸੀਗਾ। ਮੱਕੜ ਸਾਹਿਬ ਅੱਜ ਦੇ ਸਮੇਂ 'ਚ ਇਹ ਚੀਜ਼ ਤੁਹਾਨੂੰ ਮੰਨਣੀ ਪੈਣੀ ਆ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਤੁਸੀਂ ਆਪਣੇ ਵਰਗੇ ਸਾਰਿਆਂ ਨੂੰ ਨਾ ਸਮਝੋ। ਤੁਸੀਂ ਇੱਥੇ ਚੈਨਲ ਚਲਾ ਰਹੇ ਹੋ, ਬੜੇ ਲੋਕ ਨੇ ਜਿਹੜੇ ਚੈਨਲਾਂ ਦੇ ਆਧਾਰ ਤੇ ਜਿਨ੍ਹਾਂ ਦੇ ਘਰ ਦੀ ਰੋਟੀ ਚੱਲ ਰਹੀ ਆ, ਕਿਸੇ ਦੀਆਂ 4 ਫੋਟੋਆਂ ਚੱਕ ਲੀਆਂ, ਉਹ ਤੋਂ ਬਾਅਦ ਉਹਨੂੰ ਕਹਿਤਾ ਵੀ ਹਾਂ ਵੀ ਹੁਣ ਆ ਜਾ ਸੈਟਿੰਗ ਕਰੀਏ, ਸਮਝੌਤਾ ਕਰੀਏ। ਨਹੀਂ ਕਰਦਾ ਅਗਲਾ, ਫਿਰ ਤੇਰੀਆਂ ਵਾਇਰਲ ਕਰ ਦਾਂਗੇ। ਵਾਇਰਲ ਕਰਦੀਆਂ, ਸਾਡੇ ਕੋਲ ਹੋਰ ਵੀ ਡਾਟਾ, ਸਾਡੇ ਕੋਲ ਆ ਵੀ ਸਿਰਫ ਇੱਕ ਛਵੀ ਖਰਾਬ ਕਰਨ ਵਾਸਤੇ। ਜਿਹਨੇ ਪੈਸੇ ਦੇਤੇ ਉਹਦਾ ਰਾਮ ਆ, ਜਿਹਨੇ ਨਾ ਦਿੱਤੇ ਤਾਂ ਅਗਲੇ ਕਹਿੰਦੇ ਵੀ ਕੋਈ ਨਹੀਂ, ਐ ਨਹੀਂ ਤੇ ਐ ਸਹੀ। ਤੁਸੀਂ ਇਹ ਕਹਿ ਰਹੇ ਹੋ ਕਿ ਜੋ ਕੁਝ ਤੁਸੀਂ ਕਰਦੇ ਹੋ, ਤੁਸੀਂ ਭਾਵੇਂ ਬਾਕਰਪੁਰ ਵਾਲੇ ਬਾਬੇ ਨਾਲ ਜਾ ਕੇ ਸਟੇਜ ਸਾਂਝੀ ਕਰ ਲਓ, ਭਾਵੇਂ ਤੁਸੀਂ ਧੁਨੀਆਂ ਵਾਲਿਆਂ ਕੋਲ ਜਾ ਕੇ ਸਟੇਜ ਸਾਂਝੀ ਕਰੋ, ਤੁਸੀਂ ਰਾਜਾ ਜੀ ਦੇ ਜਾਓ, ਸਭ ਕੁਝ ਤੁਸੀਂ ਕਹਿ ਰਹੇ ਹੋ ਠੀਕ ਹੈ, ਬਾਕੀ ਗਲਤ ਨੇ। ਬਿਲਕੁਲ, ਕਿਉਂਕਿ ਅਸੀਂ ਜੋ ਗੁਰੂ ਸਾਹਿਬ ਦੀ ਮਹਾਰਾਜ ਦੇ ਅਕੀਦੇ ਤੋਂ ਜਦੋਂ ਅਸੀਂ ਬਾਹਰ ਜਾਵਾਂਗੇ, ਅਸੀਂ ਉਦੋਂ ਗਲਤ ਹੋਵਾਂਗੇ ਨਾ। ਬਾਕਰਪੁਰ ਵਾਲੇ ਬਾਬੇ ਜਦੋਂ ਹੁਣ ਮੰਨ ਲਓ ਵੀ ਕਿਸੇ ਦੇ ਘਰ ਆਏ ਨੇ, ਉਹ ਠੀਕ ਆ, ਅਸੀਂ ਦੀਵਾਨ ਲਾਉਣ ਗਏ ਆ, ਸੰਗਤੀ ਰੂਪ 'ਚ ਕਿਸੇ ਦੇ ਘਰ 'ਚ ਆ ਗਏ, ਤੇ ਹੁਣ ਮੈਂ ਇਹ ਤਾਂ ਕਹਿਣਾ ਰਿਹਾ ਵੀ ਤੁਸੀਂ ਇੱਥੋਂ ਭੱਜੋ ਵੀ ਮੈਨੂੰ ਤਾਂ ਤੁਹਾਡਾ ਪਰਛਾਵਾਂ ਮਾੜਾ। ਜੇ ਕੋਈ ਗਲਤ ਬੰਦਾ ਆਊਗਾ ਉਹਨੂੰ ਨਹੀਂ ਕਹਿ ਸਕਦੇ? ਨਹੀਂ, ਗੁਰੂ ਕੀ ਹਜ਼ੂਰੀ 'ਚ ਤਾਂ ਕੋਈ ਵੀ ਆ ਸਕਦਾ ਨਾ, ਮੈਂ ਕਿੱਦਾਂ ਨਾ ਕਰ ਸਕਦਾ ਉਹਨੂੰ? ਤੁਸੀਂ ਮੰਨਦੇ ਹੋ ਜਿਵੇਂ ਪਾਸਪੋਰਟਾਂ ਤੇ ਸਾਈਨ ਕਰਦੇ ਜਾਂਦੇ, ਵੀਜ਼ੇ ਲੱਗ ਜਾਂਦੇ ਆ? ਨਹੀਂ, ਇਹ ਤਾਂ ਉਹ ਦੱਸ ਸਕਦੇ ਆ ਨਾ ਜੀ, ਹੁਣ ਮੈਂ ਤਾਂ ਨਹੀਂ ਦੱਸ ਸਕਦਾ। ਪਰ ਜੇ ਤੁਹਾਡੇ ਮਿੱਤਰ ਨੇ, ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ, ਤੁਸੀਂ ਉੱਥੇ ਗਾਉਣੇ ਪਏ ਹੋ, ਨਾਲ ਬੈਠੇ ਆ। ਨਹੀਂ, ਉਹ ਤਾਂ ਜਿੱਦਾਂ ਹੁਣ ਗੁਰੂ ਸਾਹਿਬ ਦੀ ਸੋਭਾ ਉਹਨਾਂ ਨੇ ਗਾਈ ਆ, ਮਹਾਰਾਜ ਦੀ ਹਜ਼ੂਰੀ 'ਚ 10ਵੇਂ ਪਾਤਸ਼ਾਹ ਦਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੀਤ ਗਾਇਆ ਉਹਨਾਂ ਨੇ, ਰਸਨਾ ਉਹਨਾਂ ਦੀ ਹੈਗੀ ਆ, ਤੇ ਉੱਥੇ ਉਹਦੇ 'ਚ ਤਾਂ ਮੇਰੇ ਖਿਆਲ 'ਚ ਕੋਈ ਆਪਾਂ ਨੂੰ ਕਿੰਤੂ ਨਹੀਂ ਕਰਨਾ ਚਾਹੀਦਾ। ਭਾਵੇਂ ਕੋਈ ਕਿਸੇ ਕੱਲ ਨੂੰ ਰਾਮ ਰਹੀਮ ਨਾਲ ਬਹਿ ਜਾਊਗਾ ਤੁਸੀਂ? ਨਹੀਂ, ਤੁਹਾਨੂੰ ਮੈਂ ਦੱਸਦਾ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਹਾਂਜੀ, ਕਿਤੇ ਬੈਠੇ ਹੋ, ਰਾਮ ਰਹੀਮ ਆ ਕੇ ਨਾਲ ਬਹਿ ਗਿਆ, ਬੈਠੇ ਰਹੋਗੇ ਉੱਥੇ? ਨਹੀਂ, ਰਾਮ ਰਹੀਮ ਜੇ ਗੁਰੂ ਕੀ ਹਜ਼ੂਰੀ 'ਚ ਆਊਗਾ, ਅਸੀਂ ਕਿੱਦਾਂ ਕਹਿ ਦਾਂਗੇ ਉਹਨੂੰ ਵੀ ਜਾ ਭੱਜਿਆ ਇੱਥੋਂ? ਸਾਂਝਾ ਨਹੀਂ ਕਰੋਗੇ ਤੁਸੀਂ? ਸਾਂਝਾ ਕਰੋਗੇ ਮਤਲਬ? ਨਹੀਂ, ਸਾਂਝਾ ਮੈਂ ਕਿਉਂ ਕਰੂੰਗਾ? ਗੁਰੂ ਦਾ ਦਰਬਾਰ ਆ, ਉੱਥੇ ਕੋਈ ਵੀ ਆ ਸਕਦਾ, ਗੁਰੂ ਕੀ ਹਜ਼ੂਰੀ 'ਚ ਤਾਂ ਕੋਈ ਵੀ ਆ ਸਕਦਾ। ਇਹ ਤਾਂ ਤੁਸੀਂ ਓਟ ਲੈ ਲਈ ਗੁਰੂ ਦੀ ਗੱਲ ਦੀ। ਨਹੀਂ, ਉਹ ਟੂਟ ਨਹੀਂ ਲਈ ਹੈਗੀ। ਕਹਿਣ ਦਾ ਭਾਵ ਆ ਵੀ ਉੱਥੇ ਜਿਹੜਾ ਵੀ ਆਇਆ ਉਹਨੂੰ ਸਤਿਕਾਰ ਆ, ਚਾਹੇ ਅਮੀਰ ਆਵੇ, ਗਰੀਬ ਆਵੇ, ਉੱਚਾ ਆਵੇ, ਨੀਵਾਂ ਆਵੇ, ਜਿਹੜਾ ਵੀ ਆ ਝੁੱਕ ਕੇ ਜਿਹੜਾ ਮਹਾਰਾਜ ਸਾਹਿਬ ਦੇ ਚਰਨਾਂ 'ਚ ਆ ਗਿਆ, ਚਾਹੇ ਕਿਸੇ ਧਰਮ ਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਚੌਵਰ ਨਾ ਕੋ ਸਾਂਝਾ, ਮਹਾਰਾਜ ਦਾ ਤਾਂ ਸਿਧਾਂਤ ਹੈ ਇਹ। ਅਸੀਂ ਉਹਨੂੰ ਧੱਕੇ ਮਾਰ ਕੇ ਕੱਢਾਂਗੇ ਥੋੜੀ। ਤੁਸੀਂ ਧਾਰਨਾ ਤੋਂ ਹੁਣ ਗੀਤਾਂ ਤੇ ਆ ਗਏ ਹੋ। ਹਾਂਜੀ, ਹੌਲੀ ਹੌਲੀ ਤਾਂ ਗੀਤ ਹੋਰ ਹੋ ਜਾਣਗੇ ਜੀ। ਇਹ ਕਿਉਂ? ਕਿਤੇ ਗੀਤ ਲਾਉਣ ਤੇ ਵੀ ਹੁਣ ਪਾਬੰਦੀ ਲੱਗੂਗੀ ਵੀ ਮਤਲਬ ਗੀਤ ਨਹੀਂ ਗਾਉਣੇ। ਇੱਕ ਪਾਸੇ ਬਾਬਾ ਗੁਲਾਬ ਸਿੰਘ ਹੈ ਤੇ ਨਾ ਕੋ, ਮੈਂ ਕਿਹੜਾ ਕਿਸ ਨੂੰ ਕਿਹਾ ਮੈਨੂੰ ਬਾਬਾ ਕਹੋ?
ਤਾਂ ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਵੀ ਬਾਬਾ ਨਾ ਕਹੋ ਪਰ ਨਹੀਂ ਗਾਓਗੇ ਨਹੀਂ 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 ਨਹੀਂ, ਕੋਈ ਕੁਝ ਵੀ ਕਵੇ ਕੀ ਫਰਕ ਪੈਂਦਾ ਕਿਹਦੇ ਕਹਿਣ ਤੇ। ਮੈਂ ਤਾਂ ਗੁਲਾਬ ਸਿੰਘ ਆ, ਪਹਿਲਾਂ ਵੀ ਗੁਲਾਬ ਸਿੰਘ ਸੀ, ਹੁਣ ਵੀ ਗੁਲਾਬ ਸਿੰਘ ਆ, ਗਾਂ ਵੀ ਗੁਲਾਬ ਸਿੰਘ ਆ। ਕੋਈ ਸੰਤ ਕਹੇ, ਕੋਈ ਬਾਬਾ ਕਹੇ, ਕੋਈ ਭਾਈ ਕਹੇ, ਕੋਈ ਜੋ ਮਰਜ਼ੀ ਕਹੀ ਜਾਵੇ, ਕੀ ਫਰਕ ਪੈਂਦਾ ਇਹਦੇ ਨਾਲ। ਜਿਹੜਾ ਅੱਜ ਗੀਤ ਆਇਆ ਇਹਦੇ ਚ ਬਾਣੀ ਦੀ ਕੀ ਗੱਲ ਕੀਤੀ ਹੈ ਤੁਸੀਂ? ਇਹਦੇ ਚ ਤਾਂ ਕਿਸ ਤਰੀਕੇ ਨਾਲ ਗੁਰਬਾਣੀ ਸਮਝਾਈ ਹੈ ਲੋਕਾਂ ਨੂੰ? ਗੁਰਬਾਣੀ ਤਾਂ ਨਹੀਂ ਸਮਝਾਈ, ਪਰ ਜੋ ਵਰਤਾਂਤ ਵਰਤ ਰਿਹਾ ਸਾਰੇ ਪਾਸੇ ਉਹ ਸੱਚ ਬੋਲਿਆ ਉਹਦੇ ਚ। ਕੀ ਉਹਦੇ ਚ ਕੀ ਮਾੜਾ ਬੋਲਤਾ? ਹੁਣ ਇਹ ਤਾਂ ਨਹੀਂ ਮਤਲਬ ਵੀ ਉੱਥੇ ਅਸੀਂ ਆਪਦਾ ਮੈਸੇਜ ਲੋਕਾਂ ਨੂੰ ਦੇਣਾ, ਜੋ ਹੋ ਰਿਹਾ ਸਾਡੇ ਗੀਤ ਸੁਣ ਕੇ। ਹੁਣ ਤੁਸੀਂ ਦੇਖੋ ਕਿੰਨੇ ਲੋਕਾਂ ਦੇ, ਮੈਂ ਕਹਿੰਦਾ ਹਜ਼ਾਰਾਂ ਹੀ ਲੋਕਾਂ ਦੇ ਫੋਨ ਮੈਸੇਜ ਆ ਰਹੇ ਨੇ ਵੀ ਅਗਲਾ ਗੀਤ ਕਦੋਂ ਆਊਗਾ, ਵੀ ਸਾਨੂੰ ਬਿਲਕੁਲ ਸੋਹਣਾ ਲੱਗਿਆ ਇਹ ਗੀਤ, ਵੀ ਤੁਸੀਂ ਇਦਾਂ ਦੇ ਉਪਰਾਲੇ ਗਾਂਹ ਤੋਂ ਵੀ ਕਰੋ। ਗਾਇਕ ਬਣ ਗਏ ਹੁਣ? ਨਹੀਂ ਨਹੀਂ, ਗਾਇਕ ਤਾਂ ਨਹੀਂ ਬਣੇ, ਹੈ ਤਾਂ ਗੁਰੂ ਕੇ ਸਿੱਖੀਆਂ ਸੀ, ਪਰ ਆਪਦਾ ਸੁਨੇਹਾ ਦਿੱਤਾ ਲੋਕਾਂ ਤੱਕ, ਉਹ ਗੀਤ ਦੇ ਜਰੀਏ ਕਹਿ ਲਓ, ਧਾਰਨਾ ਦੇ ਜਰੀਏ। ਕੀ ਹੈ ਉਹ ਗੀਤ, ਕੀ ਹੈ ਥੋੜਾ ਦੱਸੋ। ਗੀਤ ਉਹ ਅੱਜ ਕੱਲ ਸਮਝ ਕੋਈ ਨਾ ਆਵੇ, ਨਾ ਕੋਈ ਹੱਥ ਕੰਮ ਨੂੰ ਲਾਵੇ। ਲੋਕ ਟਰੋਲ ਬਹੁਤ ਕਰਦੇ ਆ, ਤੁਹਾਨੂੰ ਹੀ ਟਰੋਲ ਕਿਉਂ ਕਰਦੇ ਆ? ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਦੇ ਭੋਗ ਤੇ ਗਏ ਹੋ, ਉਸ ਦਿਨ ਵੀ ਤੁਸੀਂ ਉੱਥੇ ਜਾ ਕੇ ਧਾਰਨਾ ਗਾਈ, ਲੋਕਾਂ ਨੇ ਬਹੁਤ ਸਵਾਲ ਖੜੇ ਕੀਤੇ। ਨਹੀਂ ਤੇ ਮਾਂ ਦਾ ਦਰਦ ਗਾਉਣਾ ਕੀ ਮਾੜਾ ਹੈ, ਤੁਸੀਂ ਮੈਨੂੰ ਦੱਸੋ। ਜਦੋਂ ਮੰਨ ਲਓ ਇਹ ਤਾਂ ਜਦੋਂ ਮੈਂ ਗਾਉਂਦਾ ਵੀ ਹੁੰਨਾ ਨਾ ਸਟੇਜ ਤੇ, ਜਦੋਂ ਮੈਂ ਕੋਈ ਵੀ ਗੀਤ ਗਾਉਣਾ, ਉਦੋਂ ਮੈਂ ਇਹ ਗੱਲ ਕਹਿਣਾ, ਜਿਹੜੇ ਬੰਦੇ ਨੂੰ ਇਹ ਦਰਦ ਲੱਗਿਆ ਨਹੀਂ ਉਹਦੇ ਵਾਸਤੇ ਗੀਤ ਆ, ਉਹਦੇ ਵਾਸਤੇ ਕਵਿਤਾ ਹੈ ਇਹ। ਜਿਹੜਾ ਬੰਦਾ ਇਸ ਦਰਦ ਚੋਂ ਨਿਕਲ ਰਿਹਾ ਹੈ, ਚਾਹੇ ਕਿੱਡਾ ਹੀ ਵੱਡਾ ਮਹਾਂਪੁਰਸ਼ ਹੋਵੇ, ਜਿੱਡਾ ਮਰਜ਼ੀ ਵੱਡਾ ਗੁਣੀ ਗਿਆਨੀ ਹੋਵੇ, ਇੱਕ ਵਾਰੀ ਬੰਦਾ ਟੁੱਟਦਾ ਹੀ ਟੁੱਟਦਾ। ਜ਼ਿੰਦਗੀ 'ਚ ਦੋ ਘਾਟੇ, ਇੱਕ ਮਾਂ ਦਾ ਤੇ ਇੱਕ ਪਿਓ ਦਾ, ਜਿੱਦਣ ਇਹ ਦੋ ਘਾਟੇ ਪੈਂਦੇ ਆ ਤੇ ਕੋਈ ਦੁਨੀਆ ਦੀ ਐਸੀ ਚੀਜ਼ ਨਹੀਂ ਜਿਹੜੀ ਇਹਨਾਂ ਨੂੰ ਪੂਰਾ ਕਰ ਦੇ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਆਪਾਂ ਕਿਸੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਤਾਂ ਸਿਰਫ ਨਿਰੋਲ ਗੁਰਬਾਣੀ ਦਾ ਹੀ ਗਾਇਨ ਹੋਵੇ ਉੱਥੇ? ਨਹੀਂ, ਉੱਥੇ ਗੁਰਬਾਣੀ ਦੀ ਕਥਾ ਤਾਂ ਗੁਰਬਾਣੀ ਦੀ ਹੁੰਦੀ ਹੈ, ਹੋਰ ਕਾਹਦੀ ਹੁੰਦੀ ਆ? ਇਤਿਹਾਸ ਦੀ ਵਿਚਾਰ ਹੁੰਦੀ ਹੈ ਵੀ ਗੁਰੂ ਸਾਹਿਬ ਨੇ, ਜਿੱਦਾਂ ਭਾਈ ਕੂਰਮ ਦੀ ਸਾਖੀ ਹੋ ਗਈ, ਗਰੀਬ ਘਾਹੀ ਸਿੱਖ ਦੀ ਸਾਖੀ, ਇਤਿਹਾਸ ਹੀ ਦੱਸਿਆ ਜਾਂਦਾ ਨਾ ਉੱਥੇ। ਤੁਸੀਂ ਉੱਥੇ ਕੀ ਗੀਤ ਗਾਇਆ, ਧਾਰਨਾ ਗਾਈ? ਨਹੀਂ, ਉਹ ਤਾਂ ਕਵਿਤਾ ਗਾਈ ਹੈ, ਕਵਿਤਾ ਗਾਈ। ਹਾਂ, ਉਹਨਾਂ ਦੀ ਮਾਂ ਦੇ ਮਤਲਬ ਪਿਆਰ 'ਚ, ਜਿੱਦਾਂ ਉਹ ਬਾਬਾ ਜੀ ਰੋ ਰਹੇ ਸੀ ਕਿਉਂਕਿ 1.5-2 ਸਾਲ ਪਹਿਲਾਂ ਮੇਰੇ ਮਾਤਾ ਜੀ ਚੜ੍ਹਾਈ ਕਰ ਗਏ, ਹਾਂਜੀ। ਤੇ ਹੁਣ ਜਦੋਂ ਉਹਨਾਂ ਨੂੰ ਮੈਂ ਰੋਂਦੇ ਦੇਖਿਆ, ਮੈਂ ਕਿਹਾ ਯਾਰ ਮੇਰੇ ਵਾਲੀ ਦੁੱਖ ਹੈ ਨਾ। ਤੇ ਅਸੀਂ ਤਾਂ ਉੱਥੇ ਉਸੇ ਦਿਨ ਗਏ ਆ ਤੇ ਸੰਸਕਾਰ ਕਰਾ ਕੇ ਆਏ ਆ, ਤੇ ਉਹ ਮੈਨੂੰ ਉਹਨਾਂ ਨੇ ਗੀਤ ਸੀਗਾ ਮੈਂ ਮੰਗਾਇਆ, ਤੇ ਮੈਂ ਕਿਹਾ ਆਪਾਂ ਸੋਹਣੇ ਤਰੀਕੇ ਨਾਲ ਗਾਉਂਦੇ ਆ, ਤੇ ਆਪਾਂ ਉਹ ਗੀਤ ਗਾਇਆ, ਉਹਨਾਂ ਦੀ ਮਾਂ ਦਾ ਦਰਦ ਗਾਇਆ ਉਹਦੇ 'ਚ। ਉਹਨਾਂ ਨੇ ਕਿਹਾ ਜਾਂ ਤੁਸੀਂ ਆਪਦੇ ਵੱਲੋਂ? ਨਹੀਂ, ਆਪਣੇ ਵੱਲੋਂ ਹੀ ਗਾਇਆ ਆਪਾਂ, ਉਹਨਾਂ ਨੇ ਕੀ ਕਹਿਣਾ ਸੀ। ਤੁਸੀਂ ਆਪ ਵੀ ਜਜ਼ਬਾਤੀ ਹੋ ਗਏ? ਬਿਲਕੁਲ ਜਜ਼ਬਾਤੀ ਆ ਜੀ, ਆਪਾਂ ਕੋਈ ਮਤਲਬ ਪੱਥਰ ਦਿਲ ਇਨਸਾਨ ਤਾਂ ਹੈ ਨਹੀਂ। ਮਾਂ ਤਾਂ ਦੁਸ਼ਮਣ ਦੀ ਵੀ ਨਾ ਮਰੇ। ਅਸੀਂ ਤਾਂ ਇਹ ਕਹਿੰਦੇ ਆ ਵੀ ਚਾਹੇ ਸਾਡਾ ਦੁਸ਼ਮਣ ਵੀ ਆ, ਵੀ ਉਹਦੇ ਮਾਤਾ ਪਿਤਾ ਵੀ ਸੁਖੀ ਵਸਣ ਹਮੇਸ਼ਾ। ਕੀ ਕਵਿਤਾ ਕੀ ਸੀਗੀ ਉਸ? ਉਹਦਾ ਅੰਮੀ ਇਹ ਸੀਗਾ, ਲੱਖ ਹੋਣੇ ਮਿਲਦੇ ਨੇ ਮੈਨੂੰ, ਇਹ ਪਿਆਰ ਮੇਰੇ ਲਈ ਕਾਫੀ ਨਹੀਂ, ਜੇ ਰਿਹਾ ਗਿਲਾ ਕੋਈ ਮੇਰੇ ਨਾਲ, ਮੈਂ ਮੰਗਦਾ ਹਾਂ ਮੈਂ ਮਾਫੀ ਨਹੀਂ। ਇਹ ਗੀਤ ਸੀਗਾ। ਉਹ ਗਾ ਕੇ ਸੁਣਾਓਗੇ? ਗਾ ਕੇ ਸੁਣਾ ਦੇਣਾ ਜੀ। ਲੱਖ ਹੋਣੇ ਮਿਲਦੇ ਨੇ ਮੈਨੂੰ, ਪਰ ਪਿਆਰ ਮੇਰੇ ਲਈ ਕਾਫੀ ਨਹੀਂ, ਜੇ ਰਿਹਾ ਗਿਲਾ ਕੋਈ ਨਾਲ ਮੇਰੇ, ਮੈਂ ਮੰਗਦਾ ਹਾਂ ਮੈਂ ਮਾਫੀ ਨਹੀਂ। ਇੱਕ ਵਾਰੀ ਉੱਠ ਕੇ ਬੋਲ ਸਹੀ, ਕੰਨ ਤਰਸੇ ਵਜੋਂ ਨੀ ਅੰਮੀਏ, ਮੈਨੂੰ ਤਾਂ ਜੱਗ ਸੁੰਨਾ ਲੱਗਦਾ, ਤੇਰੇ ਬਾਝੋਂ ਨੀ ਅੰਮੀਏ, ਮੈਨੂੰ ਤਾਂ ਜੱਗ ਸੁੰਨਾ ਲੱਗਦਾ, ਤੇਰੇ ਬਾਝੋਂ ਨੀ ਅੰਮੀਏ। ਤੁਹਾਨੂੰ ਆਪਣੇ ਮਾਤਾ ਯਾਦ ਆ ਗਏ ਉੱਥੇ? ਬਿਲਕੁਲ ਜੀ, ਬਿਲਕੁਲ। ਮਾਂ ਦਾ ਤਾਂ ਮੈਂ ਕਿਸੇ ਦੀ ਵੀ ਮਾਤਾ ਦੇ ਭੋਗ ਤੇ ਜਾਣਾ, ਉੱਥੇ ਸਾਨੂੰ ਜਿਹੜੇ ਦੀਵਾਨ ਹੁੰਦੇ ਨਾ, ਕਿਸੇ ਦੀ ਮਾਤਾ ਚੜ੍ਹਾਈ ਕਰ ਜੇ ਤਾਂ ਬਹੁਤ ਦੀਵਾਨ ਆਉਂਦੇ ਆ, ਪਰ ਮੈਂ ਬਹੁਤ ਘੱਟ ਜਾਣਾ, ਕਿਉਂਕਿ ਉਹਦੇ ਸਾਰਾ ਆਪਦੇ ਦੀ, ਇੱਕ ਤੁਸੀਂ ਉੱਦਾਂ ਹੀ ਗਾਉਣਾ ਜਦੋਂ ਮੇਰੇ ਮਾਤਾ ਜੀ ਸੀਗੇ, ਇੱਕ ਤੁਸੀਂ ਫੀਲ ਕਰਕੇ ਉਸ ਦਰਦ ਚੋਂ ਨਿਕਲੇ ਹੋ, ਉਹਨੂੰ ਗਾਉਣਾ ਦਾ ਫਰਕ ਪੈਂਦਾ ਨਾ। ਸਟੇਜਾਂ ਤੇ ਅਕਸਰ ਐ ਹੁੰਦਾ ਤੁਸੀਂ ਆਪ ਵਿਰਾਗ ਚ ਆ ਜਾਂਦੇ? ਬਿਲਕੁਲ ਜੀ, ਬਿਲਕੁਲ। ਵਿਰਾਗੀ ਹੁਣ ਉੱਥੇ ਵਿਰਾਗੀ ਹੋ ਕੇ ਆਇਆ ਸੀ ਮੈਂ, ਜਿੱਦਾਂ ਉਹ ਰੋਂਦੇ ਸੀ, ਉਹਨਾਂ ਕੋਲ ਘਾਟ ਤਾਂ ਕਿਸੇ ਚੀਜ਼ ਦੀ ਨਹੀਂ ਹੈਗੀ। ਢੱਡਰੀਆਂ ਵਾਲੇ ਬਾਬਿਆਂ ਕੋਲ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਨੇ, ਐਡਾ ਉਹਨਾਂ ਦਾ ਉੱਥੇ ਕਾਰੋਬਾਰ ਆ, ਐਡਾ ਉੱਥੇ ਡੇਰਾ ਉਹਨਾਂ ਦਾ, ਇੰਨੇ ਸਿੰਘ ਨੇ, ਕਿਸੇ ਚੀਜ਼ ਦੀ ਘਾਟ ਥੋੜੀ, ਐਡੀ ਪ੍ਰਭਤਾ ਉਹਨਾਂ ਦੀ। ਪਰ ਬੰਦਾ ਫਿਰ ਵੀ ਮਾਂ ਦੇ ਜਾਣ ਤੋਂ ਬਾਅਦ ਰੋ ਰਿਹਾ, ਔਰ ਰੋ ਉਹ ਰਿਹਾ ਜਿਹੜਾ ਮਤਲਬ ਲੋਕਾਂ ਨੂੰ ਉਪਦੇਸ਼ ਕਰਦਾ ਵੀ ਤੁਸੀਂ ਭਾਣੇ 'ਚ ਰਹੋ, ਐਂ ਰਹੋ, ਕਿਉਂਕਿ ਅੰਦਰੋਂ ਟੁੱਟ ਚੁੱਕਿਆ ਬੰਦਾ। ਉਹਨੂੰ ਪਤਾ ਵੀ ਮੇਰੀ ਮਾਂ ਗਈ ਤੇ ਕੁਝ ਵੀ ਨਹੀਂ ਰਿਹਾ ਹੈਗਾ ਮੇਰੇ ਕੋਲ, ਲੱਖਾਂ ਖੁਸ਼ੀਆਂ, ਲੱਖਾਂ ਪੈਸਾ, ਸਭ ਕੁਝ ਹੈ, ਪਰ ਮੇਰੀ ਮਾਂ ਹੈ ਨਹੀਂ ਮੇਰੇ ਕੋਲ। ਜਦੋਂ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰੋਗੇ, ਫਿਰ ਅੱਛਾ ਤੁਸੀਂ ਇਹ ਇੱਕ ਚੀਜ਼ ਦੇਖੋ, ਕਦੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਮਤਲਬ ਕਿਸੇ ਦੁਸ਼ਮਣ ਦੀ ਮਾਂ ਮਰੇ ਜਾਂ ਕਿਸੇ ਦੀ ਵੀ ਮਾਂ ਮਰੇ ਵੀ ਤੁਸੀਂ ਉਹਦੇ ਭੱਦੀ ਕਮੈਂਟ ਕਰੋ? ਕਦੇ ਤੁਸੀਂ ਦੇਖੋ ਵੀ ਕੰਜਰੀ ਸ਼ਬਦ ਤੱਕ ਉਹਦੀ ਮਾਂ ਨੂੰ ਵਰਤਿਆ। ਮੰਨ ਲਓ ਵੀ, ਜੇ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਮੈਂ, ਜੇ ਅੱਜ ਮੈਂ ਇੱਥੇ ਬੈਠਾ, ਲੋਕੀ ਲੱਖਾਂ ਗੁਲਾਬ ਸਿੰਘ ਨੂੰ ਜਾਣਦੇ ਆ,
ਇੱਕ ਮੈਂ ਗੁਲਾਬ ਸਿੰਘ ਨਹੀਂ, ਹਜ਼ਾਰਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪੈਦਾ ਕਰੇ ਨੇ। ਤੁਸੀਂ ਇਹ ਨਾ ਕਹੋ ਮੈਂ ਉਹਨਾਂ ਦੀ ਵਿਚਾਰਕ ਧਾਰਾ ਦੇ ਨਾਲ ਸਹਿਮਤ ਨਹੀਂ ਹੈਗਾ, ਜੋ ਕਰਦੇ ਆ ਉਹਨਾਂ ਨਾਲ ਮੈਂ ਸਹਿਮਤ ਨਹੀਂ ਹੈਗਾ, ਮੈਂ ਤਾਂ ਮਿਲਿਆ ਹੀ ਉਹਨਾਂ ਨੂੰ 1-2 ਵਾਰੀ ਆ ਸਿਰਫ। ਪਰ ਇਸ ਗੱਲ ਦੀ ਸੱਚਾਈ ਆ 90% ਪ੍ਰਚਾਰਕ ਨੇ ਜਿਹੜੇ ਉਹ ਢੱਡਰੀਆਂ ਵਾਲੇ ਬਾਬਿਆਂ ਵੱਲ ਵੇਖ ਕੇ ਕੀਰਤਨ ਕਰਨ ਲੱਗੇ ਆ, ਉਹਨਾਂ ਵਾਂਗੂ ਕਥਾ ਕਰਦੇ, ਉਹਨਾਂ ਵਾਂਗੂ ਧਾਰਨਾ। ਬਿਲਕੁਲ, ਮੇਰੀ ਉਮਰ ਸੀਗੀ ਉਦੋਂ 6-7 ਸਾਲ ਦੀ, ਜਦੋਂ ਮੈਂ ਪਹਿਲੀ ਵਾਰ ਉਹਨਾਂ ਦਾ ਦੀਵਾਨ ਸੁਣਿਆ ਸੀ। ਉਹਨਾਂ ਦੇ ਦੀਵਾਨ ਦੇ ਚਾਅ 'ਚ ਮੈਂ 3 ਦਿਨ ਰੋਟੀ ਨਹੀਂ ਸੀ ਖਾਧੀ, ਤੇ ਜਦੋਂ ਉਹਨਾਂ ਦਾ ਲਹਿਰੀਆ ਵੱਜਿਆ, ਸ਼ਾਨ ਵੱਜੀ, ਮੈਂ ਕਿਹਾ ਯਾਰ ਬੰਦੇ ਨੇ ਕਮਾਲ ਕਰਤੀ। ਕੀੜਾ ਮੇਰੇ ਅੰਦਰ ਪਹਿਲੇ ਹੀ ਸੀਗਾ ਸੰਗੀਤ ਦਾ। ਹੁਣ ਵੀ ਤੁਸੀਂ ਮੇਰੇ ਨਾਲ ਦਿਆਂ ਨੂੰ ਪੁੱਛ ਸਕਦੇ ਹੋ, ਜੇ ਬਾਜਾ ਖੋਲ ਜੇ ਤਾਂ ਮੈਂ 4-4 ਘੰਟੇ ਉਦੋਂ ਹੀ ਵਜਾਈ ਜਾਂਦਾ ਹੁੰਦਾ। ਮਤਲਬ ਕੀਰਤਨ ਮੇਰੇ ਤੋਂ ਚਾਹੇ 10 ਘੰਟੇ ਕਰਾ ਲਓ, ਮੈਂ ਨਹੀਂ ਅੱਕਦਾ, ਜਿੰਨਾ ਮਰਜ਼ੀ। ਤੁਹਾਨੂੰ ਲੱਗਦਾ ਲੋਕ ਵੀ ਇਸ ਤਰ੍ਹਾਂ ਦੀ ਜਿਹੜੇ 뮤직 ਹੈ ਉਹਨੂੰ ਸੁਣਨਾ ਵੱਧ ਪਸੰਦ ਕਰਨ ਲੱਗ ਗਏ? ਬਿਲਕੁਲ ਪਸੰਦ ਕਰਦੇ ਜੀ। ਜਦੋਂ ਹਰ ਇੱਕ ਬੰਦੇ ਨੇ ਆਪਣਾ ਰਾਗ ਰੂਪ ਰੰਗ ਬਦਲ ਲਿਆ 뮤직 ਦਾ, ਹਰ ਇੱਕ ਬੰਦੇ ਨੇ ਆਪਦੀ ਸ਼ੈਲੀ ਬਦਲ ਲਈ। ਅਸੀਂ ਕੀਰਤਨ ਨੂੰ ਬਦਲਣਾ ਨਹੀਂ, ਕੀਰਤਨ ਨੂੰ ਗਾਣਿਆਂ ਦੀਆਂ ਤਰਜ਼ਾਂ ਤੇ ਨਹੀਂ ਗਾਉਣਾ, ਪਰ ਕੀਰਤਨ 'ਚ ਨਿਖਾਰ ਲਿਆਉਣਾ। ਜਿਹੜੇ ਤੁਸੀਂ ਦੇਖੋ, ਅੱਜ ਜੇ ਮੈਨੂੰ ਜਦੋਂ ਮੈਂ ਗੱਡੀ 'ਚ ਉਤਰਦਾ, ਜੇ ਹਜ਼ਾਰਾਂ ਨੌਜਵਾਨ ਮੈਨੂੰ ਮਿਲਦੇ ਆ, ਉਹ ਕਹਿੰਦੇ ਬਾਬਾ ਜੀ ਅੱਗੇ ਜਦੋਂ ਅਸੀਂ ਸਫ਼ਰ ਕਰਨਾ ਹੁੰਦਾ ਸੀ ਅਸੀਂ ਗੀਤ ਲਾ ਕੇ ਜਾਂਦੇ ਸੀ, ਪਰ ਹੁਣ ਤੁਹਾਡੀ ਚਿੱਪ ਲਾ ਲਈਦਾ, YouTube ਤੋਂ ਲਾ ਲਈਦਾ, ਕਿੰਨੀਆਂ ਧਾਰਨਾ ਚੱਲੀ ਜਾਂਦੀਆਂ ਤੇ ਆਨੰਦ ਲਈ ਜਾਈਦਾ, ਦੀਵਾਨ ਲਾ ਲਈਦਾ ਤੇ ਆਨੰਦ ਲਈ ਜਾਈਦਾ। ਪਰ ਮੈਂ ਇਹ ਸੋਚਦਾ ਪਰਸਨਲੀ, ਹਾਂਜੀ, ਮੈਂ ਕਈ ਵਾਰੀ ਇਹ ਸੋਚਦਾ ਤੁਹਾਡੀ ਆਵਾਜ਼ ਜਿੰਨੀ ਕਮਾਲ ਹੈ ਜੀ, ਜੇ ਮੇਰੇ ਕੰਨਾਂ 'ਚ ਗੁਰਬਾਣੀ ਤੁਹਾਡੀ ਆਵਾਜ਼ 'ਚ ਪਵੇ ਤੇ ਉਹ ਹੋਰ ਵੀ ਸ਼ਾਨਦਾਰ। ਮੈਂ ਭਾਈ ਹਰਜਿੰਦਰ ਸਿੰਘ ਨੂੰ ਕਈ ਵਾਰੀ ਸੁਣਦਾ ਤੇ ਇਹ ਸੋਚਦਾ ਕਿ ਕਿਆ ਪ੍ਰਮਾਤਮਾ ਨੇ ਰੂਹ ਭੇਜੀ ਹੈ ਇਸ ਦੁਨੀਆ ਤੇ। ਜੀ, ਭਾਈ ਨਿਰਮਲ ਸਿੰਘ ਸੀਗੇ ਜੀ, ਭਾਈ ਲਖਵਿੰਦਰ ਸਿੰਘ ਨੇ, ਜੀ, ਕਿੰਨੀਆਂ ਕਮਾਲ ਦੀਆਂ ਰੂਹਾਂ ਨੇ। ਤੁਸੀਂ ਕਦੇ ਇਹ ਮਹਿਸੂਸ ਕਰਦੇ ਹੋ ਕਿ ਕਿਸੇ ਵੇਲੇ ਨਿਰੋਲ ਕੱਲਾ ਕੀਰਤਨ ਕੀਤਾ ਜਾਵੇ? ਅਸੀਂ ਨਾ ਹੁਣ ਇਹ ਕਰ ਰਹੇ ਹਾਂ। ਦੇਖੋ, ਨਿਰੋਲ ਗੁਰਬਾਣੀ ਦਾ ਕੀਰਤਨ ਜਿਹੜੇ ਰਾਗੀ ਸਿੰਘ ਜਿਨ੍ਹਾਂ ਦਾ ਤੁਸੀਂ ਨਾਂ ਲਿਆ, ਬਹੁਤ ਵੱਡੀ ਉਪਾਧੀ ਉਹਨਾਂ ਦੀ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਤੇ। ਪਰ ਅਸੀਂ ਆਪਣੇ ਚੈਨਲ ਤੇ ਹੁਣ ਜਿੱਦਾਂ ਮੈਂ 100 ਕੁ ਸ਼ਬਦ ਜਿਹੜਾ ਰਾਗਾਂ 'ਚ ਰਿਕਾਰਡ ਕਰਾਉਣਾ, ਇਹ ਤੁਹਾਡੇ ਤੋਂ ਇੱਥੇ ਪਹਿਲੀ ਵਾਰ ਦੱਸ ਰਿਹਾ ਮੈਂ, ਕਿਉਂਕਿ ਹਰ ਇੱਕ ਤਰ੍ਹਾਂ ਦੀ ਸੰਗਤ, ਹਰ ਇੱਕ ਤਰ੍ਹਾਂ ਦੀ ਆਡੀਅੰਸ ਪਿਆਰ ਕਰਦੀ ਹੈ। ਜਿੱਦਾਂ ਹੁਣ ਤੁਹਾਨੂੰ ਗੁਰਬਾਣੀ ਦਾ ਸ਼ਬਦ ਸੋਹਣਾ ਲੱਗਦਾ ਹੈ ਨਾ, ਤੁਸੀਂ ਮੇਰੇ ਤੋਂ ਆਸ ਰੱਖ ਰਹੇ ਹੋ ਵੀ ਇਹ ਰਾਗਾਂ 'ਚ ਗਾ ਸਕਦਾ ਹੈ ਸੋਹਣੇ ਤਰੀਕੇ ਨਾਲ, ਤੇ ਅਸੀਂ ਉਹ ਸਾਰੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਸਵਾਲ ਇੱਕ ਪਾਸੇ, ਮੈਂ ਚਾਹੁੰਦਾ ਕਿ ਤੁਸੀਂ ਅੱਜ ਕੁਝ ਵੀ ਜੀ ਨਿਰੋਲ ਗੁਰਬਾਣੀ ਕੁਝ ਵੀ ਸੁਣਾਓ। ਮੇਰੀ ਬੜੀ ਇੱਛਾ ਸੀ ਕਿ ਕਿਸੇ ਵੇਲੇ ਤੁਹਾਨੂੰ ਇਹ ਕਹੂੰਗਾ ਮੈਂ। ਜੀ, ਕੋਈ ਨਹੀਂ, ਮੈਂ ਤੁਹਾਨੂੰ ਸ਼ਬਦ ਸੁਣਾ ਦਿੰਦਾ। ਸ਼ਬਦ ਮੈਂ ਗਾਏ ਵੀ ਨੇ, ਉਦਾਂ ਹੁਣ ਉਹ YouTube ਤੇ ਨਹੀਂ ਪੈਂਦੇ ਹੈਗੇ, ਪਰ ਉਦਾਂ ਜਦੋਂ ਕੀਰਤਨ ਰਾਗਾਂ 'ਚ ਕਰੀਦਾ ਤਾਂ ਬਥੇਰਾ ਆਨੰਦ ਲਈਦਾ। ਵਾਹਿਗੁਰੂ ਦੀ ਮਿਹਰ ਨਾਲ ਤੁਹਾਨੂੰ ਮੈਂ ਸੁਣਾਉਣਾ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਤੁਹਾਨੂੰ ਆਪ ਨੂੰ ਆਨੰਦ ਆਇਆ? ਗੁਰਬਾਣੀ ਪੜ੍ਹ ਕੇ, ਸੁਣ ਕੇ, ਗਾ ਕੇ ਕਿਹਨੂੰ ਆਨੰਦ ਨਹੀਂ ਆਉਂਦਾ ਦੱਸੋ? ਇਹ ਨਹੀਂ ਵੀ ਅਸੀਂ ਹੁਣ ਲੋਕੀ ਇਸ ਮੱਕੜ ਸਾਹਿਬ ਆਏ ਆ, ਲੋਕੀ ਧਾਰਨਾ ਬਣਾ ਲੈਂਦੇ ਵੀ ਇਹ ਗੀਤ ਹੀ ਗਾਉਂਦਾ, ਧਾਰਨਾ ਹੀ ਗਾਉਂਦਾ, ਪਰ ਅਸੀਂ ਜਦੋਂ ਆਪਦੀ ਨਿੱਜੀ ਜ਼ਿੰਦਗੀ 'ਚ ਵਿਚਰਦੇ ਹਾਂ ਬਥੇਰਾ ਆਨੰਦ ਲਈਦਾ। ਤਬਲੇ ਵਾਲਾ ਕੀਰਤਨ ਜਾਂ ਕਿਤੇ ਕਿਸੇ ਦਾ ਸੁਣਨ ਲੱਗ ਜੇ ਗੱਡੀ 'ਚ ਸ਼ਬਦ ਕੀਰਤਨ, ਉਦਾਂ ਵੀ ਸਾਡੇ ਚੱਲਦਾ ਰਿਹਾ। ਕਿਸੇ ਹੋਰ ਨੂੰ ਵੀ ਸੁਣਦੇ ਹੋ? ਕਿੱਦਾਂ ਹੋਰ? ਮਤਲਬ ਕਿਸੇ ਹੋਰ ਰਾਗੀ ਨੂੰ ਜਾਂ ਕਿਸੇ ਹੋਰ? ਸਾਰਿਆਂ ਨੂੰ ਸੁਣਦੇ ਹੋ? ਹਾਂ, ਜਿਹੜਾ ਬੰਦਾ ਸੁਰ ਦਾ ਆਸ਼ਿਕ ਆ ਨਾ, ਉਹ ਇਹ ਲੱਭੂਗਾ ਵੀ ਸਕੂਨ ਕਿੱਥੇ ਆ। ਗਾਣੇ ਵੀ ਸੁਣਦੇ ਹੋ? ਗੀਤ ਜਿਵੇਂ ਨੁਸਰਤ ਸਾਹਿਬ ਵਰਗੀ ਸੁਣੀਦਾ ਜੀ, ਵੱਡੀਆਂ ਸ਼ਖਸੀਅਤਾਂ ਨੇ, ਬਿਲਕੁਲ ਵੱਡੇ ਗੁਲਾਮ ਅਲੀ ਸਾਹਿਬ ਨੇ, ਗੁਲਾਮ ਅਲੀ ਸਾਹਿਬ ਨੂੰ ਸੁਣੀਦਾ ਜੀ, ਬਿਲਕੁਲ। ਭਾਈ ਨਿਰਮਲ ਸਿੰਘ ਜੀ ਖਾਲਸਾ, ਉਹਨਾਂ ਨੂੰ, ਤੇ ਹਰਜਿੰਦਰ ਸਿੰਘ ਜੀ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਹੋਰ ਜਿੰਨੀਆਂ ਵੱਡੀਆਂ, ਸਰਦੂਲ ਸਿਕੰਦਰ ਸਾਹਿਬ। ਪਰਸਨਲ ਲਾਈਫ ਬਾਰੇ ਥੋੜਾ ਦੱਸੋ। ਪਰਿਵਾਰ 'ਚ ਕੌਣ ਹੈ ਤੁਹਾਡੇ? ਪਰਿਵਾਰ 'ਚ ਮੇਰੇ ਪਿਤਾ ਜੀ ਨੇ ਤੇ 2 ਮੇਰੀਆਂ ਭੈਣਾਂ ਨੇ ਜੀ, ਮੈਂ ਬਸ। ਤੇ ਤੁਸੀਂ ਆਪ ਗ੍ਰਸਥ ਜੀਵਨ 'ਚ ਨਹੀਂ ਹੈਗੇ? ਨਹੀਂ, ਆਵਾਂਗੇ ਅੱਗੇ ਹੌਲੀ ਹੌਲੀ। ਹਾਂਜੀ, ਅਜੇ ਪਲਾਨ ਨਹੀਂ ਕੀਤਾ? ਹਾਂਜੀ। ਕੋਈ ਬਹਿੰਗਮ ਰਹਿਣ ਦੀ ਪ੍ਰਥਾ ਜਾਂ ਕੋਈ ਉਹ ਨਹੀਂ ਹੈ? ਨਹੀਂ, ਐ ਹੁੰਦਾ। ਇਹ ਵੀ ਤੁਹਾਨੂੰ ਮੈਂ ਇੱਥੇ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਿੰਦਾ ਵੀ ਅੱਜ ਦੇ ਸਮੇਂ 'ਚ ਬਹਿੰਗਮ ਰਹਿਣ ਵਾਲਾ ਜ਼ਮਾਨਾ ਹੈ ਨਹੀਂ। ਅੱਜ ਦੇ ਸਮੇਂ 'ਚ ਤੁਸੀਂ ਆਪਦੀ ਭੈਣ ਕੋਲ ਵੀ ਖੜੇ ਹੋ ਤੇ ਦੇਖਣ ਵਾਲੇ ਨੇ ਗਲਤ ਨਿਗਾਹ ਨਾਲ ਦੇਖਣਾ। ਅੱਛਾ। ਹਾਂਜੀ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਬਹਿੰਗਮ ਰਹਿ ਗਿਆ, ਕਿਸੇ ਬਹੁਤ ਵਿਰਲੇ ਸੰਤ ਨੇ ਜਿਨ੍ਹਾਂ ਨੇ ਬਹਿੰਗਮਾਂ ਦੀ ਜ਼ਿੰਦਗੀ ਸਵਾਰੀ ਆ, ਜਾਂ ਪੂਰੇ ਉਤਰੇ ਉਹਦੇ, ਪੂਰੇ ਉਤਰੇ ਨੇ। ਤੇ ਨਹੀਂ ਤਾਂ ਜਦੋਂ ਡੇਰਿਆਂ 'ਚ ਗਏ, ਡਾਲੀਆਂ ਢਵਾਈਆਂ, ਕੰਮ ਕਰਾਇਆ, ਅਖੀਰ 'ਚ ਜਦੋਂ ਵਿਚਾਰੇ ਬਿਮਾਰ ਹੋ ਗਏ ਤੇ ਮੈਂ ਹਸਪੀਟਲਾਂ 'ਚ ਰੁਲਦੇ ਦੇਖੇ ਨੇ ਉਹ। ਇਸ ਕਰਕੇ ਆਪਦਾ ਪਰਿਵਾਰ ਵਸਾਓ, ਵਿਦਿਆਰਥੀ ਬਣੋ, ਚੰਗੇ ਗੁਣ ਧਾਰਨ ਕਰੋ, ਸੰਥਿਆ ਲਓ, ਕੀਰਤਨ ਸਿੱਖੋ ਤੇ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜੀਓ।
ਘਰ ਤੇ ਤੁਹਾਡੇ ਫਾਦਰ ਕਰਦੇ ਕੀ? ਉਹ ਘਰੇ ਆਨੰਦ ਲੈਂਦੇ ਜੀ, ਬਸ ਸਿਮਰਨ ਹੀ ਕਰਦੇ। ਪਹਿਲਾਂ ਉਹ ਗ੍ਰੰਥੀ ਸਿੰਘ ਸੀਗੇ ਜੀ। ਗ੍ਰੰਥੀ ਸਿੰਘਾਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਰਹੇ ਹਾਂਜੀ। ਪੰਜਾਬ 'ਚ, ਅਸੀਂ ਅਕਸਰ ਦੇਖਦੇ ਹਾਂ। ਹੂੰ। ਤੁਸੀਂ ਜਿਹੜਾ ਤੁਹਾਡਾ ਬਚਪਨ, ਆਰਥਿਕ ਹਾਲਾਤ ਚੰਗੇ ਸੀ? ਨਹੀਂ, ਬਿਲਕੁਲ ਚੰਗੇ ਨਹੀਂ ਸੀਗੇ। ਅਸੀਂ ਮਤਲਬ ਬਹੁਤ ਥੱਲੜਲੇ ਲੈਵਲ ਤੋਂ ਉੱਠੇ ਹੋਏ ਹਾਂ। ਮਤਲਬ ਤੁਸੀਂ ਇਹ ਦੇਖ ਲਓ ਵੀ ਵਾਹਿਗੁਰੂ ਜੀ ਨੇ ਭਾਗ ਲਾਏ ਨੇ ਤੇ ਬਹੁਤ ਸਟਰਗਲ ਕਰਿਆ। ਹੁਣ ਤੁਹਾਨੂੰ ਇੱਕ ਚੀਜ਼ ਇੱਥੇ ਦੱਸਦਾ ਮੈਂ, ਤੁਹਾਡੀ ਗੱਲ 'ਚੋਂ ਗੱਲ ਲੋੜ ਆਈ। ਅੱਜ ਹਰ ਇੱਕ ਬੰਦਾ ਗੁਲਾਬ ਸਿੰਘ ਨੂੰ ਟਾਰਗੇਟ ਕਰਦਾ। ਹਾਂਜੀ, ਹਰ ਇੱਕ ਬੰਦਾ ਇਸ ਚੀਜ਼ ਨੂੰ ਟਾਰਗੇਟ ਕਰਦਾ ਵੀ ਯਾਰ ਵੀ ਇਹ ਬੰਦਾ, ਇਹ ਨਾਲ ਪੰਗਾ ਲਈਏ, ਇਹ ਬੋਲੂਗਾ ਤੇ ਸਾਡੀ ਰੀਚ ਵਧੂਗੀ, ਸਾਡੇ ਚੈਨਲ ਚੱਲਣਗੇ। ਪਰ ਉਹ ਬੰਦੇ ਗੱਲਾਂ ਤਾਂ ਕਰਦੇ ਨੇ ਪਰ ਮੇਰਾ ਸਟਰਗਲ ਨਹੀਂ ਦੇਖਦੇ, ਜਿਹੜਾ ਮੈਂ ਮਤਲਬ 15-16 ਸਾਲ ਮੈਂ ਸੰਘਰਸ਼ ਕਰਿਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਕੋਈ 2-4 ਸੁਰਾਂ ਸਿੱਖ ਕੇ ਅੱਗੇ ਨਹੀਂ ਆਇਆ। ਮੈਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਿਹਨਤ ਮੈਨੂੰ ਮਹਾਂਪੁਰਸ਼ਾਂ ਨੇ ਬਹੁਤ ਕਰਾਈ ਆ, ਬਾਰਨ ਵਾਲਿਆਂ ਨੇ। ਥੋੜੀ ਨਹੀਂ, ਕੋਲ ਬਹਾ ਕੇ ਸਾਰੀ ਰਾਤ ਖਾਨ ਸਾਹਿਬ ਨੇ ਮਾਰਾਂ ਖਾ ਕੇ, ਆਪਾਂ ਉਸਤਾਦਾਂ ਦੀਆਂ ਮਾਰਾਂ ਝੱਲ ਕੇ ਫਿਰ ਇੱਥੋਂ ਤੱਕ ਪਹੁੰਚੇ। ਤੰਗੀਆਂ ਝੱਲੀਆਂ? ਤੰਗੀਆਂ ਵੀ ਬਹੁਤ ਝੱਲੀਆਂ ਨੇ। ਤੰਗੀਆਂ ਤੁਸੀਂ ਦੇਖੋ ਵੀ 800 ਰੁਪਈਆ ਮੇਰੇ ਪਿਤਾ ਜੀ ਦੀ ਤਨਖਾਹ ਹੁੰਦੀ ਸੀਗੀ ਤੇ ਮੇਰੇ ਕੋਲ ਸਿੱਖਣ ਵਾਸਤੇ ਉਦੋਂ ਸਾਜ਼ ਵੀ ਨਹੀਂ ਸੀਗਾ, ਵਾਜਾ ਵੀ ਮੇਰੇ ਕੋਲ ਹੈ ਨਹੀਂ ਸੀ ਸਿੱਖਣ ਵਾਸਤੇ। ਕਿਸੇ ਦਾ ਸਾਜ਼ ਲੈ ਕੇ ਮੈਂ ਰਿਆਜ਼ ਕਰਦਾ ਹੁੰਦਾ ਸੀਗਾ। ਮਤਲਬ ਉਹ ਜਿਹੜਾ ਸਮਾਂ ਮੇਰੇ ਤੇ ਬੀਤਿਆ, ਫਿਰ ਜਦੋਂ ਮੈਂ ਬਾਰਨ ਵਾਲੇ ਸੰਤਾਂ ਕੋਲ ਪੜ੍ਹਨ ਆਇਆ ਤੇ 6 ਮਹੀਨੇ ਬਾਅਦ ਮੇਰੇ ਮਾਤਾ ਜੀ ਨੇ ਮੇਰੇ ਨਾਲ ਫੋਨ ਤੇ ਗੱਲ ਕਰੀ ਸੀਗੀ ਪਹਿਲੀ ਵਾਰ। ਤੇ ਉਹ ਤੁਹਾਨੂੰ ਪਤਾ ਵੀ ਉਹਨੇ, ਮਾਤਾ ਨੇ ਗੱਲ ਹੀ ਉਸ ਹਿਸਾਬ ਨਾਲ ਕਰੀ, ਪੁੱਤ ਤੈਨੂੰ ਪਤਾ ਰੁਲਦੇ ਫਿਰਦੇ ਆ ਅਸੀਂ ਤੇ ਅੱਲੇ ਪੱਲੇ ਕੁਛ ਨਹੀਂ, ਸਾਨੂੰ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਬੁਲਾਉਂਦਾ, ਨੇੜੇ ਕੋਈ ਲਾ ਕੇ ਰਾਜੀ ਨਹੀਂ ਸੀ ਹੁੰਦਾ। ਔਰ ਜੇ ਅਸੀਂ ਉਹਨਾਂ ਸਮੇਂ ਜਦੋਂ ਮੈਂ ਕੀਰਤਨ ਸਿੱਖ ਵੀ ਲਿਆ, ਜਦੋਂ ਕਿਸੇ ਸਟੇਜ ਤੇ ਜਾਂਦੇ ਸੀ 5 ਮਿੰਟ ਕੋਈ ਅਗਲੇ ਨੇ ਸਾਰੀ ਰਾਤ ਭਾਈ ਰੱਖਣਾ, ਫਿਰ ਕਹਿਣਾ ਕੋਈ ਨਹੀਂ ਦੇ ਦਿਓ ਯਾਰ 10 ਮਿੰਟ। ਉਹ ਵੀ ਸਮਾਂ ਅਸੀਂ ਦੇਖਿਆ। ਕੀ ਮਿਲਦਾ ਸੀ? ਮਿਲਣਾ ਮਿਲਾਉਣਾ ਉੱਥੇ। ਤੁਹਾਨੂੰ ਇਹ ਵੀ ਤੁਹਾਡੀ ਗੱਲ 'ਚ ਇੱਕ ਗੱਲ ਹੋਰ ਦੱਸਦਾ ਮੈਂ, ਮੇਰੀ ਜ਼ਿੰਦਗੀ 'ਚ ਸਭ ਤੋਂ ਵੱਡੀ ਘਟਨਾ, ਜਿਹੜਾ ਤੁਸੀਂ ਆ ਧੂਣੀਆਂ ਤਾਪਣੀਆਂ ਜਾਂ ਇੱਦਾਂ, ਹੁਣ ਤੁਹਾਨੂੰ ਅੱਗੇ ਹੋਰ ਵੀ ਬਹੁਤ ਕੁਝ ਪਤਾ ਲੱਗੂਗਾ। ਜਦੋਂ ਮੈਂ ਸਿੱਖ ਕੇ ਆਇਆ ਨਾ, ਉਦੋਂ ਕੀ ਸੀ ਵੀ ਸਾਨੂੰ ਦੀਵਾਨ ਤੇ ਲੋਕੀ ਸੱਦਦੇ ਨਹੀਂ ਸੀ ਇੰਨਾ। ਕੀਰਤਨ ਮੈਂ ਸਿੱਖ ਲਿਆ ਸੀ ਪ੍ਰੋਪਰ। ਤੇ ਜਦੋਂ ਮੈਂ ਕੀਰਤਨ ਕਰਨਾ ਤੇ ਅਸੀਂ ਇੱਕ ਵਾਰੀ ਕਿਸੇ ਦੇ ਮਹਾਂਪੁਰਸ਼ ਦੇ ਸਮਾਗਮ ਤੇ ਚਲੇ ਗਏ। ਉਹਨਾਂ ਨੇ ਪਹਿਲੇ ਦਿਨ ਸਾਡੇ ਤੋਂ ਨਗਰ ਕੀਰਤਨ 'ਚ ਕਰਾਇਆ ਕੀਰਤਨ ਵੀ ਲੱਗੇ ਰਹੋ। ਹੁਣ ਤੁਹਾਨੂੰ ਪਤਾ ਸੰਗਤ ਇਕੱਠੀ ਕਰਨ ਛੋਟੇ ਜਥਿਆਂ ਨੂੰ ਲਾ ਦਿੰਦੇ ਆ। ਦੂਜੇ ਦਿਨ ਫਿਰ ਮੈਂ ਕਿਹਾ, ਮੈਂ ਕਿਹਾ ਜੀ ਟਾਈਮ ਦੇ ਦਿਓ। ਉਦੋਂ ਅਸੀਂ ਆਟੋ ਤੇ ਜਾਂਦੇ ਹੁੰਦੇ ਸੀਗੇ ਤੇ ਨਾਲ ਮੇਰੇ ਛੋਟੇ ਸਿੰਘ ਮੈਂ ਆਪ ਹੀ ਤਿਆਰ ਕਰੇ ਸੀਗੇ। ਜਦੋਂ ਗਏ ਤਾਂ ਅਸੀਂ 2 ਦਿਨ ਕੀਰਤਨ ਕਰਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਭੇਟਾ ਉਹਨਾਂ ਨੇ ਸਾਨੂੰ 700 ਰੁਪਏ ਦਿੱਤਾ ਹਨਾ। ਹੁਣ 250 ਰੁਪਏ ਤਾਂ ਆਟੋ ਵਾਲੇ ਨੇ ਲੈਣਾ ਸੀਗਾ, ਸਾਨੂੰ ਕੀ ਬਚਣਾ ਪਿੱਛੋਂ। ਅੱਛਾ, ਮੈਂ ਉਦਣ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਭੇਟਾ ਥੋੜ੍ਹੀ ਜ਼ਿਆਦਾ ਕਰ ਦਿਓ। ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਜਿਹੜੇ ਬਿਨਾਂ ਬੁਲਾਏ ਜਥੇ ਹੁੰਦੇ ਆ ਨਾ, ਉਹਨਾਂ ਨੂੰ ਇੰਨੇ ਕੁ ਪੈਸੇ ਮਿਲਦੇ ਹੁੰਦੇ ਆ, ਤੁਹਾਨੂੰ ਬੁਲਾਇਆ ਨਹੀਂ ਅਸੀਂ, ਵੀ ਬਿਨਾਂ ਬੁਲਾਇਆ ਨੂੰ ਇੰਨੇ ਕੁ ਪੈਸੇ ਮਿਲਦੇ ਆ। ਉਦਣ ਫਿਰ ਮੇਰੇ ਮਨ 'ਚ ਮਤਲਬ ਐਸੀ ਸੱਟ ਵੱਜੀ। ਮੈਂ ਕਿਹਾ ਵੀ ਨਹੀਂ, ਵੀ ਹੁਣ ਐਂ ਕੀਰਤਨ ਨਹੀਂ ਕਰਨਾ ਹੈਗਾ, ਵੀ ਮੈਂ ਤਾਂ ਸਿੱਖ ਕੇ ਆਇਆ ਹਾਂ ਹੈ ਨਾ। ਫਿਰ ਮੈਂ ਆਪਦੇ ਆਪ 'ਚ ਕਮੀ ਲੱਭੀ ਵੀ ਕੀ ਹੋਣਾ ਚਾਹੀਦਾ। ਫਿਰ ਇੱਕ ਮਹਾਂਪੁਰਸ਼ ਸੀ ਬਾਬਾ ਜੀ ਬਲਵੀਰ ਸਿੰਘ ਜੀ ਗੱਗੋਂ ਵਾਲੇ ਮਹਾਂਪੁਰਸ਼, ਕਾਲਾ ਚੋਲਾ ਪਾ ਕੇ ਰੱਖਦੇ ਨੇ ਉਹ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਹਾਰਾਜ ਵੀ ਮੈਂ ਵੀ ਕੀਰਤਨ ਸਿੱਖਿਆ ਵੀ ਆ, ਕਰ ਵੀ ਲੈਣਾ, ਆਵਾਜ਼ ਵੀ ਸੋਹਣੀ ਆ, ਵੀ ਬੇਕਦਰੀ ਫਿਰ ਮੇਰੀ ਇੱਦਾਂ। ਉਹ ਕਹਿੰਦੇ ਵੀ ਕੀਰਤਨ ਸਿੱਖਿਆ ਤੂੰ, ਕਲਾ ਤੇਰੇ ਕੋਲ ਹੈਗੀ ਆ, ਪਰ ਜਿਹੜਾ ਰਸ ਆ ਉਹ ਗੁਰੂ ਸਾਹਿਬ ਨੇ ਪੈਦਾ ਕਰਨਾ, ਉਹ ਮਿਹਨਤ ਨੇ ਨਹੀਂ, ਗੁਰੂ ਸਾਹਿਬ ਪੈਦਾ ਕਰਨਗੇ। ਮੈਂ ਕਿਹਾ ਮਹਾਰਾਜ ਮੈਨੂੰ ਕੀ ਕਰਨਾ ਚਾਹੀਦਾ? ਉਹ ਕਹਿੰਦੇ ਤੂੰ ਐਂ ਕਰ ਵੀ 1.25 ਲੱਖ ਮੂਲ ਮੰਤਰ ਕਰ। ਹੈ ਜੀ। ਤੇ ਉਹਨਾਂ ਨੇ ਬਹਾਤਾ ਮੈਨੂੰ। ਤੇ ਉਦੋਂ ਹੁਣ ਦੇਖੋ ਇਸ ਚੀਜ਼ ਨੂੰ ਕੋਈ ਮੰਨੇ ਨਾ ਮੰਨੇ, ਪਰ ਸਾਡਾ ਇਹ ਜਿੱਦਾਂ ਰੱਬ ਦੇ ਪਿਆਰਿਆਂ ਨੇ, ਕਿਉਂਕਿ ਸਾਧੂਆਂ 'ਚੋਂ ਅਸੀਂ ਜੰਮਿਆ ਤੇ ਸਾਧੂਆਂ 'ਚ ਅਸੀਂ ਮਰਨਾ ਹੈ। ਮਤਲਬ ਲੋਕੀ ਕਈ ਸਾਧੂਆਂ 'ਚੋਂ ਪੈਦਾ ਹੋ ਕੇ ਸਾਧੂਆਂ ਦੀ ਬਾਅਦ 'ਚ ਨਿੰਦਿਆ ਕਰਦੇ, ਮੈਂ ਇਹੋ ਜਿਹਾ ਕਿਰਤਗਣ ਬੰਦਾ ਨਹੀਂ ਹੈਗਾ। ਉਹਨਾਂ ਨੇ ਮੈਨੂੰ 40 ਦਿਨ ਵਾਸਤੇ ਐਂ ਬੰਦ ਕਰਤਾ ਕਮਰੇ 'ਚ। ਅੱਛਾ। 40 ਦਿਨ ਬਾਅਦ ਉਹ ਕਹਿੰਦੇ ਪੁੱਤ 1.25 ਲੱਖ। ਹੁਣ ਉਦੋਂ ਮੂਲ ਮੰਤਰ ਤੁਹਾਨੂੰ ਪਤਾ ਵੀ ਘੱਟੋ ਘੱਟ 15-16 ਘੰਟੇ ਲੱਗਦੇ ਸੀਗੇ ਉਦੋਂ। ਜਿਹੜੇ ਮੇਰੇ ਨਜ਼ਦੀਕ ਨੇ, ਜਿਹੜੇ ਮੈਨੂੰ ਉਦੋਂ ਦੇ ਜਾਣਦੇ, ਮੈਨੂੰ ਸਾਰਿਆਂ ਨੂੰ ਇਹ ਸੋਹਣਾ ਹੋ ਗਿਆ, ਤੁਸੀਂ ਅੱਜ ਮੇਰੇ ਤੋਂ ਸਾਰੀਆਂ ਗੱਲਾਂ ਖਿਲਾ ਲਈਆਂ ਇਹ ਹਨਾ। ਉਦੋਂ ਮਤਲਬ ਮੇਰੇ ਜਿਹੜੇ ਨੇੜੇ ਵਾਲੇ ਸੀ, ਉਹ ਸਾਰਿਆਂ ਨੂੰ ਪਤਾ ਵੀ ਇਹ 40 ਬਹੁਤ ਲਾਉਂਦਾ ਹੈ, ਕਹਿੰਦੇ ਸੀ ਵੀ ਜਾਪ ਬਹੁਤ ਰੱਖਦਾ ਇਹ 40 ਦਿਨਾਂ ਦਾ। ਤੇ ਮੈਨੂੰ ਉਹਨਾਂ ਨੇ 41ਵੇਂ ਦਿਨ ਬਾਹਰ ਕੱਢਿਆ। 40 ਦਿਨ ਅੰਦਰ 2 ਪ੍ਰਸ਼ਾਦੇ ਮੈਨੂੰ ਮਿਲਦੇ ਸੀਗੇ। ਤੇ ਸਾਡੇ ਚਮਕੌਰ ਸਾਹਿਬ ਬਾਬਾ ਗੁਰਮੇਲ ਸਿੰਘ ਜੀ ਨੇ, ਉਹਨਾਂ ਦੇ ਸਥਾਨ ਤੇ ਮੈਂ ਰੱਖਿਆ ਸੀ, ਜਾ ਕੇ ਜਾਪ ਪੁੱਛ ਵੀ ਲਿਓ ਚਾਹੇ। 1.25 ਲੱਖ ਮੈਂ ਮੂਲ ਮੰਤਰ ਦਾ ਜਾਪ ਕਰਿਆ। ਉਦੋਂ ਬਾਅਦ ਫਿਰ ਮੇਰਾ ਰੰਗ ਢੰਗ ਸੀ ਜਿਹੜਾ ਉਹ ਬਦਲ ਗਿਆ ਸੀਗਾ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਵੀ ਮੈਨੂੰ ਹੁਣ ਵਿਰਾਗ ਬਹੁਤ ਲੱਗਿਆ, ਵੀ ਮੈਂ ਹੁਣ ਬਾਹਰ ਨਹੀਂ ਰਹਿਣਾ, ਵੀ ਮੈਂ ਭਜਨ ਹੀ ਕਰਨਾ ਬਸ ਬਾਬਾ ਜੀ, ਵੀ ਮੈਨੂੰ ਰੱਜ ਕੇ ਕਰ ਲੈਣ ਦਿਓ। 4-5 ਦਿਨ ਮੈਂ ਬਾਹਰ ਘੁੰਮਿਆ, ਫਿਰ ਮੈਨੂੰ ਦੁਨੀਆ ਚੰਗੀ ਲੱਗਣੀ ਹਟ ਗਈ ਸੀ, ਵੀ ਅੰਦਰ ਹੀ ਰਹਿਣਾ ਆਨੰਦ 'ਚ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ 80 ਦਿਨ ਫਿਰ ਮੈਂ ਅੰਦਰ ਰਿਹਾ ਲਗਾਤਾਰ। ਹਾਂਜੀ, ਸਾਰੇ ਦਿਨ 'ਚ 2 ਰੋਟੀਆਂ ਖਾਂਦੇ ਸੀ? ਹਾਂ, ਅੰਦਰ ਹੀ ਮਿਲਦੀ ਸੀ। ਉਹ ਏਦਾਂ ਇੱਕ ਬਾਰੀ ਬਣਾਈ ਹੁੰਦੀ ਸੀ ਤੇ ਉਹ ਐਂ ਫੜਾ ਦਿੰਦੇ ਸੀ ਤੇ ਮੈਂ ਛੱਕ ਕੇ ਭਾਂਡੇ ਉੱਥੇ ਰੱਖ ਦਿੰਦਾ ਸੀ।
ਨਾ ਕਿਸੇ ਨੂੰ ਮੱਥੇ ਲਾਉਣਾ ਤੇ ਨਾ ਕਿਸੇ ਦੇ ਲੱਗਣਾ, ਆਪਦਾ ਆਨੰਦ ਨਾਲ ਭਜਨ ਕਰਨਾ। ਤੇ ਉਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਮਤਲਬ ਸਿਮਰਨ ਦਾ ਹੁਣ ਵੀ ਮੇਰਾ ਮਨ ਕੀਰਤਨ ਤਾਂ ਗੁਰੂ ਸਾਹਿਬ ਮੇਰੇ ਤੋਂ ਸੇਵਾ ਲੈ ਰਿਹਾ। ਜਿੱਦਣ ਮੈਨੂੰ ਮੜੀ ਜਿਹੀ ਵਿਹਲ ਮਿਲੀ, ਆਪਾਂ ਤਾਂ ਜੰਗਲਾਂ ਜੁੰਗਲਾਂ 'ਚ ਰਹਿਣ ਵਾਲੇ ਬੰਦੇ ਬਾਬਾ ਜੀ, ਆਪਾਂ ਸਮਾਜ 'ਚ ਵਿਚਰ ਰਹੇ ਹਾਂ, ਠੀਕ ਆ, ਗੁਰੂ ਸਾਹਿਬ ਨੇ ਡਿਊਟੀ ਲਾਈ ਜਿਹੜੀ, ਪਰ ਮੇਰਾ ਹੁਣ ਵੀ ਦਿਲ, ਜੇ ਤੁਸੀਂ ਮੈਨੂੰ ਇਹ ਕਹੋ ਵੀ ਸਾਲ ਬਾਅਦ ਅੰਦਰ ਬਹਿ ਜਾ ਕੁੰਡੀ ਲਾ ਕੇ ਤੈਨੂੰ ਬੰਦ ਕਰਨਾ, ਤੇ ਮੈਂ ਕਹੂੰਗਾ ਵੀ ਮੈਨੂੰ ਜੰਨਤ ਆ ਇਹ। ਮਾਇਆ ਨਾਲ ਪਿਆਰ ਨਹੀਂ? ਮਾਇਆ ਨਾਲ ਕੀ ਪਿਆਰ ਆ? ਮਾਇਆ ਨਾਲ ਤਾਂ ਸਿੰਘ ਵਿਚਾਰੇ ਹੁਣ ਨਾਲ ਜਿਹੜੇ ਰਹਿੰਦੇ ਆ, ਇਹਨਾਂ ਦੇ ਸਾਰਿਆਂ ਦੇ ਘਰ ਚੱਲਦੇ ਨੇ, ਮੀਡੀਆ ਵਾਲਿਆਂ ਦੇ, ਲਾਈਵ ਵਾਲਿਆਂ ਦੇ, ਸਾਰਿਆਂ ਦੇ। ਮੈਂ ਕੀਰਤਨ ਕਰਦਾ, ਸਾਰੇ ਵੰਡ ਬੁੰਡ ਕੇ ਚੱਲੀ ਜਾਂਦੇ ਆ। ਤੁਹਾਡੇ ਵਿਰੋਧੀ ਕਹਿੰਦੇ ਕਈ ਲੱਖ ਰੁਪਈਆ ਲੈਂਦੇ ਬਾਬਾ ਜੀ। ਆਹੋ ਦੇ ਕੇ ਗਏ ਨਾ ਦੀਵਾਨ ਤੇ ਆਉਣ ਦਾ। ਮੈਨੂੰ, ਦੇ ਕੇ ਜਾਂਦੇ ਮੈਨੂੰ ਬਹੁਤ ਸਾਰੇ। ਇਸ ਪਰ ਕਰਕੇ ਇੱਕ ਗੱਲ ਦਾ ਜਵਾਬ ਦਿਓ, ਆਪਾਂ ਇੱਕ ਪਾਸੇ ਕਹਿੰਦੇ ਆ ਕਿ ਕੌਮ ਦੇ ਵਿੱਚ ਜਿੰਨੇ ਰਾਗੀ ਨੇ, ਗ੍ਰੰਥੀ ਸਿੰਘ ਨੇ, ਇਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰੀਏ। ਜੀ ਸਿੰਗਰਾਂ ਨੂੰ ਵੀ ਤਾਂ 10-10 ਲੱਖ 5-5 ਲੱਖ ਦੇ ਹੀ ਜਾਂਦੇ ਆ। ਜੀ ਜੀ ਕੀ ਇਹ ਮਾੜੀ ਗੱਲ ਹੈ ਜੇ ਕੋਈ ਜੱਥਾ, ਜੇ ਕੋਈ ਕੀਰਤਨੀਆ ਜੱਥਾ, ਜੇ ਕੋਈ ਧਾਰਨਾ ਗਾਉਣ ਵਾਲਾ ਜੱਥਾ ਮਾਇਆ ਲੈਂਦਾ ਤਾਂ? ਤੁਸੀਂ ਇੱਕ ਚੀਜ਼ ਦੇਖੋ ਵੀ ਇੱਕ ਬੰਦਾ ਪੜ੍ਹਾਈ ਕਰਕੇ, ਇੱਕ ਬੰਦਾ ਪੜ੍ਹ ਲਿਖ ਕੇ, ਜਦੋਂ ਉਹਦੇ ਕੋਲ ਕੋਈ ਡਿਗਰੀ ਹੁੰਦੀ ਆ ਤੇ ਉਹ ਆਪਣੀ ਡਿਗਰੀ ਦਾ ਮੁੱਲ ਪਾਉਂਦਾ ਵੀ ਮੈਂ 50,000 ਲੈਣਾ, ਮੈਂ 60,000 ਲੈਣਾ, ਮੈਂ 70,000 ਲੈਣਾ। ਤੇ ਜਿਹੜਾ 15 ਸਾਲ ਗੁਰੂ ਕਾ ਕੀਰਤਨੀਆ, 15 ਸਾਲ ਲਾ ਕੇ ਗੁਰੂ ਕਾ ਕੀਰਤਨੀਆ ਬਣਿਆ, ਤੇ ਉਹਨੂੰ ਹੱਕ ਨਹੀਂ ਵੀ ਉਹਦੇ ਮੂੰਹ ਮੰਗੀ ਮਾਇਆ ਮੰਗ ਸਕੇ। ਉਹ ਮਤਲਬ ਕਹਿ ਨਹੀਂ ਸਕਦਾ ਵੀ ਮੈਂ ਇੰਨੇ ਸਾਲ ਲਾਏ ਨੇ। ਇੱਕ ਆਮ ਬੰਦੇ ਨੇ ਡਿਗਰੀ ਚੱਕ ਕੇ ਫਿਰਦਾ, ਉਹਨੂੰ ਵੀ ਤਾਂ 70-70 80-80 ਹਜ਼ਾਰ ਲੋਕ ਦਿੰਦੇ ਆ। ਲੋਕੀ ਇਹ ਚੀਜ਼ ਤੁਹਾਨੂੰ ਮੰਨਣੀ ਪੈਣੀ ਆ। ਲੋਕੀ ਇਹ ਕਹਿੰਦੇ ਵੀ ਸਾਡਾ ਗੁਰੂ ਨਾਲ ਪਿਆਰ ਬਹੁਤ ਆ, ਅਸੀਂ ਮਹਾਰਾਜ ਤੋਂ ਆਏ ਆ। ਪਰ ਤੁਹਾਨੂੰ ਸੱਚੀ ਗੱਲ ਦੱਸਾਂ, ਇਹ ਆ, ਜਿੱਦਣ ਘਰ ਵਿੱਚ ਅਖੰਡ ਪਾਠ ਸਾਹਿਬ ਹੁੰਦਾ, ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਗੁਰੂ ਸਾਹਿਬ ਆਉਂਦੇ ਦਿਖਦੇ ਆ, ਜਾਂਦੇ ਦਿਖਦੇ ਆ, ਕਿਸੇ ਨੂੰ ਕੋਈ ਮਤਲਬ ਨਹੀਂ ਮਹਾਰਾਜ ਸਾਹਿਬ ਨਾਲ। ਅਗਲਾ ਕਹਿੰਦਾ ਛੇਤੀ ਕਰੋ ਤੇ ਪੈਗ ਪਿਆਲਾ ਚਲਾਈਏ, ਗੁਰੂ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ। ਇਹ ਵੀ ਤੁਹਾਡੇ ਸਾਹਮਣੇ ਆਮ ਹੀ ਗੱਲਾਂ ਨੇ। ਮਤਲਬ ਕੋਈ ਗ੍ਰੰਥੀ ਸਿੰਘ ਕਹੇ ਵੀ 11,000 ਸੁਖਮਨੀ ਸਾਹਿਬ ਦੇ ਪਾਠ ਦਾ ਲੈਣਾ, ਜੇ ਨਾ ਅਟੈਕ ਹੋ ਗਿਆ ਬੰਦੇ ਨੂੰ ਤਾਂ ਕਿ ਅਗਲਾ ਕਹਿੰਦਾ ਇੰਨੇ ਪੈਸੇ। ਪਿੱਛੇ ਹੀ ਮੇਰੇ ਕੋਲ ਫੋਨ ਆਇਆ, ਉਹ ਕਹਿੰਦੇ ਬਾਬਾ ਜੀ ਦੀਵਾਨ ਲਵਾਉਣਾ। ਮੈਂ ਕਿਹਾ ਅੱਛਾ ਜੀ। ਤੇ ਦੂਰ ਸੀਗਾ ਦੀਵਾਨ ਕਿਤੇ, ਤੇ ਕਹਿੰਦੇ ਬਾਬਾ ਭੇਟਾ ਕਿੰਨੀ ਆ? ਮੈਂ ਕਿਹਾ ਮੈਂ 71,000। ਕਹਿੰਦਾ ਹੈ? ਘਬਰਾ ਗਿਆ ਉਹ ਘਬਰਾ ਗਿਆ, ਕਹਿੰਦਾ ਇੰਨੇ ਪੈਸੇ? ਕਹਿੰਦਾ ਇੰਨੇ ਪੈਸਿਆਂ 'ਚ ਤਾਂ ਕਹਿੰਦਾ ਅਸੀਂ ਕਈ ਜਿੱਥੇ ਸੱਦ ਲੈਣੇ। ਮੈਂ ਫਿਰ ਸੱਦ ਲੈ, ਮੈਨੂੰ ਕਾਹਨੂੰ ਫੋਨ ਲਾਇਆ? ਮਤਲਬ ਇਹ ਤਾਂ ਹੀ ਤਾਂ ਫਿਰ ਤੁਹਾਡੇ ਤੇ ਸਵਾਲ ਹੁੰਦੇ, ਕਹਿੰਦੇ ਬਾਬਾ ਟਕਾ ਕੇ ਪੈਸੇ ਲੈਂਦਾ। ਨਹੀਂ ਆਏ ਆ ਵੀ ਹੁਣ ਤੁਸੀਂ ਦੇਖੋ ਸਿੰਘ ਕਿੰਨੇ ਹੁੰਦੇ ਮੇਰੇ ਨਾਲ, ਗੱਡੀਆਂ ਕਿੰਨੀਆਂ ਹੁੰਦੀਆਂ ਮੇਰੇ ਨਾਲ, ਫਿਰ ਲਾਈਵ ਵਾਲੇ ਕਿੰਨੇ ਹੁੰਦੇ, ਕਿੰਨਿਆਂ ਦੇ ਘਰ ਚੱਲਦੇ ਨੇ। ਹੁਣ ਮੈਂ 70,000 ਇਕੱਲਾ ਨੇ ਨਾ ਜੇਬ 'ਚ ਪਾਉਣਾ, ਹੋਰ ਨਵੀਆਂ ਧਾਰਨਾ ਰਿਕਾਰਡ ਕਰਨੀਆਂ, ਹੋਰ ਸਾਰੇ ਖਰਚੇ ਨੇ। ਸੰਗਤ ਮੰਗ ਕਰਦੀ ਵੀ ਤੁਸੀਂ ਨਵੇਂ ਗੀਤ, ਹੁਣ ਕੌੜੇ ਸੱਚ ਦੀ ਜੇ ਆਪਾਂ ਗੱਲ ਕਰੀਏ ਤੇ ਕੌੜੇ ਸੱਚ 'ਚ ਕਿੰਨੇ ਪੈਸੇ ਲੱਗੇ ਹੋਣਗੇ ਦੇਖੋ ਤੁਸੀਂ ਤਾਂ ਖੁਦ ਮੀਡੀਆ ਵਾਲੇ ਆ, ਲੱਖਾਂ ਰੁਪਈਆ ਵੀਡੀਓ ਤੇ ਲੱਗਦਾ ਹੈ। ਸੋ ਇਸ ਕਰਕੇ ਅੱਗੇ ਜਨਰੇਟ ਵੀ ਕਰੀਦਾ ਤੇ ਅੱਗੇ ਵਧੀਆ ਰਿਕਾਰਡ ਵੀ ਕਰੀਦਾ ਤੇ ਸੰਗਤ ਨੂੰ ਲੈ ਕੇ ਵੀ ਆਈਦਾ। ਚਲੋ ਜਾਂਦੇ ਜਾਂਦੇ ਜੋ ਤੁਹਾਡਾ ਜੀ ਕਰੇ ਉਹ ਸੁਣਾ ਦਿਓ। ਆਪਣੀ ਗੱਲ ਉਹ ਵਿੱਚ ਰਹਿ ਗਈ, ਕਿਹੜੀ? 40 ਦਿਨਾਂ ਵਾਲੀ। ਹਾਂ, ਮਤਲਬ ਗਾਂ ਨੂੰ ਵੀ ਇਹ ਗੱਲਾਂ ਉੱਠਣੀਆਂ। ਮੈਂ ਕਹਿੰਦਾ ਸੀਗਾ ਵੀ ਮੈਂ ਮੁੜ ਕੇ ਕੱਲਾ ਕੀਰਤਨ ਕਰਕੇ ਜਾਂ ਏਦਾਂ ਹੀ ਮਤਲਬ ਆਪਾਂ ਅੱਗੇ ਨਹੀਂ ਆਏ ਹੈਗੇ। ਉਹ ਤੋਂ ਬਾਅਦ ਮਹਾਂਪੁਰਸ਼ਾਂ ਦੇ ਦੱਸੇ ਮੁਤਾਬਕ ਫਿਰ ਹਜੂਰ ਸਾਹਿਬ ਵੀ ਮੈਂ ਜਾ ਕੇ ਆਇਆ। ਉੱਥੇ ਵੀ ਮਤਲਬ 36 ਲੱਖ ਮੂਲ ਮੰਤਰ ਦਾ ਅਭਿਆਸ ਗੁਰੂ ਸਾਹਿਬ ਨੇ ਕਰਵਾਇਆ, ਆਪ ਬੰਦਾ ਤਾਂ ਨਹੀਂ ਕਰ ਸਕਦਾ। ਤੇ ਐ ਸੇਵਾਵਾਂ ਮਹਾਰਾਜ ਨੇ ਬਹੁਤ ਲਈਆਂ ਹੋਈਆਂ ਨੇ। ਜਿਹੜੀ ਤਾਂਤਰਿਕ ਵਿੱਦਿਆ ਦੀ ਗੱਲ ਤੁਸੀਂ ਕਰੀ ਸੀਗੀ, ਤਾਂਤਰਿਕ ਵਿੱਦਿਆ ਮੈਂ ਸਿੱਖੀ ਆ, ਇਸ ਗੱਲ ਤੋਂ ਆਪਾਂ ਮੁੱਕਰਦੇ ਨਹੀਂ। ਕਿੱਥੋਂ ਸਿੱਖੀ ਹੈ? ਇਹ ਵੀ ਸਿੱਖੀ ਆ। ਮਤਲਬ ਜਿੱਦਾਂ ਬਾਕੀ ਹੁੰਦੀਆਂ ਨਾ ਤੁਹਾਡੀਆਂ ਪਾਠਸ਼ਾਲਾ ਹੁੰਦੇ, ਵਿਦਿਆਲੇ ਹੁੰਦੇ ਨੇ, ਇਹਦੇ ਵੀ ਗੁਰੂ ਨੇ, ਇਹਦੇ ਵੀ ਉਸਤਾਦਾਂ ਦੇ ਉਸਤਾਦ ਬੈਠੇ। ਆਪਣੇ ਧਰਮ 'ਚ ਥਾਂ ਹੈਗਾ ਤਾਂਤਰਿਕ ਵਿੱਦਿਆ ਨਾ? ਤਾਂ ਮਹਾਰਾਜ ਨੇ ਤਾਂ ਕਿਹਾ ਵੀ ਤੁਸੀਂ ਦੂਜੇ ਦੇ ਧਰਮ ਨੂੰ ਪੜ੍ਹਨਾ ਵੀ ਹੈ, ਕੀ ਹਿਸਾਬ ਕਿਤਾਬ ਆ। ਜਦੋਂ ਅਸੀਂ ਹੁਣ ਕਿਸੇ ਵੀ ਸ਼ਬਦ ਟਾਣੇ ਸਾਰਾ ਕਰ ਲੈਂਦੇ ਹੋ ਉਹਨਾਂ ਨੇ ਟੂਣੇ ਟਾਣੇ ਤਾਂ ਨਹੀਂ ਕਰਦੇ, ਹੁੰਦਾ ਤਾਂ ਬਹੁਤ ਕੁਝ ਹੈ ਇਹ, ਪਰ ਇਹ ਕਾਲਾ ਇਲਮ ਇਹ ਚੀਜ਼ਾਂ ਹੁੰਦੀਆਂ, ਇਹ ਸਭ ਕੁਝ ਹੁੰਦਾ ਜੀ ਇਹ। ਪਰ ਤੁਸੀਂ ਮੰਨਦੇ ਹੋ ਕਿਸੇ ਤੇ ਕੁਝ ਕੀਤਾ ਜਾ ਸਕਦਾ? ਨਹੀਂ ਕੀਤਾ, ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਹੈਗੇ। ਅਸੀਂ ਤਾਂ ਕੁਝ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਤੁਸੀਂ ਅਧਿਐਨ ਕਰਨਾ ਹੁੰਦਾ ਵੀ ਇਹ ਕਿੱਥੋਂ ਤੱਕ ਕੀ ਸਮਰੱਥਾ ਰੱਖਦੇ ਨੇ। ਠੀਕ ਹੈ ਨਾ ਜੀ? ਫਿਰ ਤਾਂ ਜਿਹੜੇ ਤੁਹਾਡੇ ਤੇ ਦੋਸ਼ ਲਾਉਂਦੇ ਉਹ ਸੱਚੇ ਆ ਵੀ ਤੁਸੀਂ ਇਹ ਸਾਰਾ ਕੁਝ ਕਰਦੇ? ਨਹੀਂ, ਮਤਲਬ ਐ ਨਹੀਂ ਵੀ ਧਰਤੀ 'ਚੋਂ ਸੋਨਾ ਕੱਢਤਾ ਜਾਂ ਕੱਢਤਾ, ਇਹ ਚੀਜ਼ਾਂ ਤਾਂ ਨਹੀਂ ਸੱਚੀਆਂ ਹੈਗੀਆਂ। ਪਰ ਜੇ ਆਪਾਂ ਮਤਲਬ ਕਿਤੇ ਆਰਾਧਨਾ ਕਰਦੇ ਰਹੇ ਆ, ਕਿਉਂਕਿ ਜਦੋਂ ਬੰਦਾ ਸਿੱਖਦਾ ਆਪਾਂ ਇਸ ਗੱਲ ਤੋਂ ਕਿਉਂ ਮੁੱਕਰਨਾ, ਹਨਾ? ਕਿਉਂਕਿ ਤੁਸੀਂ ਇੱਕ ਤੁਹਾਨੂੰ ਹੋਰ ਦੱਸਾਂ, ਜਿੱਦਾਂ ਦਾ ਮੈਂ ਤੁਹਾਨੂੰ ਬਾਹਰੋਂ ਆ ਉਦਾਂ ਦਾ ਮੈਂ ਅੰਦਰੋਂ ਆ, ਆਪਣੇ 'ਚ ਕਪਟ ਹੈ ਨਹੀਂ। ਮੈਨੂੰ ਇਹ ਦੱਸੋ, ਤੰਤਰ ਵਿੱਦਿਆ ਤੁਸੀਂ ਪੜ੍ਹੀ, ਯਕੀਨ ਹੈਗਾ ਹੁਣ ਤੁਹਾਨੂੰ ਉਹਦੇ 'ਚ? ਨਹੀਂ, ਤਾਂਤਰਿਕ ਵਿੱਦਿਆ ਇਹ ਵੀ ਇੱਕ ਵਿੱਦਿਆ, ਜਿੱਦਾਂ ਹੁਣ ਵਾਜੇ ਦੀ ਵੀ ਵਿੱਦਿਆ, ਇੱਕ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣ ਦੀ ਵੀ ਵਿੱਦਿਆ। ਮਤਲਬ ਕਿਸੇ ਨੂੰ ਵਸ 'ਚ ਕੀਤਾ ਜਾ ਸਕਦਾ, ਬੰਦੇ ਨੂੰ ਵਸ 'ਚ ਕਰਨ ਵਾਲੇ ਕਰੀ ਵੀ ਜਾਂਦੇ ਨੇ, ਪਰ ਮੈਂ ਇਹੋ ਜਿਹਾ ਕੁਝ ਕਰਿਆ ਨਹੀਂ ਹੈਗਾ ਕਦੇ। ਤੁਸੀਂ ਮੰਨਦੇ ਹੋ ਵੀ ਹੋ ਸਕਦਾ ਏਦਾਂ? ਨਹੀਂ, ਵਸ 'ਚ ਤਾਂ ਸਾਰੀ ਦੁਨੀਆ ਹੀ ਹੋ ਸਕਦੀ ਹੈ ਨਾ। ਜਿਵੇਂ ਤੁਹਾਡੇ ਤੇ ਇਹ ਵੀ ਦੋਸ਼ ਆ, ਮੈਨੂੰ ਇੱਥੋਂ ਗੱਲ ਯਾਦ ਆ ਗਈ,
ਤੁਹਾਡੇ ਵਿਰੋਧੀਆਂ ਨੇ ਕਿਹਾ ਵੀ ਬਾਬਾ ਜੀ ਇਹ ਵੀ ਕਹਿੰਦੇ ਵੀ ਜੇ ਕੋਈ ਕੁੜੀ ਕਾੜੀ ਫਸਾਉਣੀ ਹੈ ਤਾਂ ਅਸੀਂ ਉਹ ਵੀ ਕੰਮ ਕਰਾ ਦਿੰਦੇ ਨਹੀਂ ਉਹ ਤਾਂ ਐਵੇਂ ਬਕਵਾਸ ਮਾਰਦੇ ਬਿਨਾ ਮਤਲਬ ਤੋਂ, ਉਹ ਉਹਨਾਂ ਦੇ ਆਪਦੇ ਇਹੋ ਜਿਹੇ ਕੰਮ ਹੋਣੇ ਨਾ, ਇਸ ਕਰਕੇ ਉਹ ਫਿਰ ਕਿਤੇ ਇਹ ਤੰਤਰਿਕ ਵਿੱਦਿਆ ਚੋਂ ਤਾਂ ਨਹੀਂ ਨਿਕਲੀ ਵੀ ਤੁਸੀਂ ਕਿਸੇ ਨਹੀਂ, ਨੂੰ ਨਹੀਂ, ਕਿਹਾ ਹੋਵੇ ਨਹੀਂ ਵੀ ਮੈਂ ਬਹੁਤ ਵਿੱਦਿਆ ਜਾਣਦਾ, ਕਿਸੇ ਨੂੰ ਵਸ ਚ ਕਰਕੇ ਤੇਰੇ ਨਾਲ ਲਿਆ ਦੂੰਗਾ? ਨਹੀਂ, ਮੇਰੇ ਤਾਂ ਉਦਾਂ ਹੀ ਬਸ ਚ ਨੇ ਸਾਰੇ, ਮੈਨੂੰ ਇਹ ਮੰਤਰ ਪੜ੍ਹਨ ਦੀ ਕੀ ਲੋੜ ਆ। ਮੈਂ ਤਾਂ ਜਿਹਨੂੰ ਮਤਲਬ ਮੰਨ ਲਓ ਅੱਜ ਦੇ ਸਮੇਂ 'ਚ ਤਾਂ ਲੈਣ ਉੱਥੋਂ ਸ਼ੁਰੂ ਹੁੰਦੀ ਜਿੱਥੇ ਆਪਾਂ ਖੜ ਜਾਈਏ। ਨਹੀਂ, ਪਰ ਇਹ ਕਲੀਅਰ ਕਰੋ ਨਾ, ਜੇ ਤੁਸੀਂ ਉਹ ਵਿੱਦਿਆ ਪੜ੍ਹੀ ਹੈ, ਤੁਹਾਨੂੰ ਆਉਂਦੀ ਹੈ, ਤਾਂ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਤੁਹਾਡਾ ਭਰੋਸਾ ਵਿਸ਼ਵਾਸ ਹੈਗਾ ਕਿ ਨਹੀਂ? ਆਪਾਂ ਉਦੋਂ ਪੜ੍ਹੀ ਆ ਵਿੱਦਿਆ ਇਹ ਵੀ, ਇਹਦੇ 'ਚ ਦੇਖੋ ਜਦੋਂ ਤੁਹਾਨੂੰ ਕਿਸੇ ਚੀਜ਼ ਬਾਰੇ, ਹੁਣ ਅਮਰੀਕਾ ਤੁਸੀਂ ਨਹੀਂ ਦੇਖਿਆ, ਇੰਗਲੈਂਡ ਤੁਸੀਂ ਨਹੀਂ ਦੇਖਿਆ, ਪਰ ਜਦੋਂ ਤੁਸੀਂ ਸੁਣੋਗੇ ਤੁਸੀਂ ਕਹੋਗੇ ਜਾ ਕੇ ਦੇਖੀਏ ਤਾਂ ਸਹੀ ਆ। ਏਦਾਂ ਮੈਂ ਸੁਣਿਆ ਇਹਨਾਂ ਚੀਜ਼ਾਂ ਬਾਰੇ, ਠੀਕ ਆ। ਜਦੋਂ ਬਾਅਦ ਦੇਖ ਕੇ ਦੱਸ ਤਾਂ ਦੇਉਂ ਵੀ ਇਹ ਚੰਗਾ ਹੈ ਕਿ ਮਾੜਾ ਹੈ? ਨਹੀਂ, ਮਾੜਾ ਨਹੀਂ ਮੈਂ ਕਹਿ ਸਕਦਾ ਇਹ ਚੀਜ਼ ਨੂੰ। ਹਾਂ, ਵਿੱਦਿਆ ਹੈਗੀ ਜ਼ਰੂਰ ਆ, ਅਗਲੀ ਦੀ ਆਪਦੀ ਪਾਵਰ ਹੁੰਦੀ, ਬੰਗਲਾਮੁਖੀ ਦੀ ਆਪਦੀ ਪਾਵਰ ਆ, ਨੈਣਾ ਦੇਵੀ ਦੀ ਆਪਦੀ ਪਾਵਰ। ਮਾਂ ਬਗਲਾਮੁਖੀ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੇ, ਹਾਂ, ਮਾਂ ਬਗਲਾਮੁਖੀ ਦਾ ਕੋਈ ਸਵਾਲ ਹੀ ਨਹੀਂ ਕਰ ਰਹੇ, ਤਾਂਤਰਿਕ ਵਿੱਦਿਆ ਦੀ ਗੱਲ ਕਰ ਰਹੇ ਹਾਂ। ਤਾਂਤਰਿਕ ਵਿੱਦਿਆ ਹੈਗੀ, ਦੱਸੀ ਤਾਂ ਜਾਣਾ ਤੁਹਾਨੂੰ, ਹੈਗੀ ਆ, ਲੋਕੀ ਮੰਨਦੇ ਆ। ਜੇ ਮੈਂ ਤੁਹਾਨੂੰ ਕਹਾਂ ਵੀ ਬਾਬਾ ਜੀ ਆਪਦੀ ਵਿੱਦਿਆ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਕਰਨਾ ਹੋ ਜਾਊਗਾ? ਨਹੀਂ ਨਹੀਂ, ਜੇ ਦੇਖੋ ਤੁਸੀਂ ਨਹੀਂ ਕਰੋਗੇ ਜਾਂ ਹੁੰਦਾ ਹੀ ਨਹੀਂ? ਕੋਈ ਵੀ ਕੰਮ ਆ ਕਿਸੇ ਦੇ ਮਾੜੇ ਵਾਸਤੇ ਨਹੀਂ ਹੁੰਦਾ। ਕਿਸੇ ਤੁਸੀਂ ਇਹ ਦੱਸੋ ਵੀ ਕੋਈ ਦੇਵੀ ਦੇਵਤਾ ਕਿਸੇ ਦਾ ਮਾੜਾ ਕਰੂਗਾ? ਜਿਹੜਾ ਹੈ ਹੀ ਦੇਵਤਾ ਕਿਉਂ ਕਿਸੇ ਦਾ ਮਾੜਾ ਕਰੂਗਾ? ਇਹ ਜਿਹੜੀ ਵਿੱਦਿਆ ਇਹ ਮਤਲਬ ਐ ਟੂਣੇ ਟੱਪਣ ਕਿਸੇ ਨੂੰ ਵਸ 'ਚ ਕਰਨ ਵਾਸਤੇ, ਇਹ ਤਾਂ ਫਾਲਤੂ ਦੇ ਪਖੰਡ ਫੈਲਾਏ ਹੋਏ ਨੇ। ਇਹ ਦੇਵੀ ਦੇਵਤੇ ਉਹ ਤਾਂ ਪਵਿੱਤਰ ਰੂਹਾਂ ਨੇ ਬਹੁਤ। ਇਹ ਤਾਂ ਸ਼ੈਤਾਨ ਹੁੰਦਾ? ਸ਼ੈਤਾਨ ਕਿੱਦਾਂ ਜੀ? ਜੇ ਰੱਬ ਹੈ ਤਾਂ ਸ਼ੈਤਾਨ ਵੀ ਹੈਗਾ? ਸ਼ੈਤਾਨ ਵੀ ਬਹੁਤ ਨੇ, ਬੜੇ ਲੋਕ ਨੇ, ਉਹ ਮਤਲਬ ਜਾਲ 'ਚ ਫਸਾਈ ਜਾਂਦੇ। ਜੇ ਦੇਵੀ ਦੇਵਤੇ ਨੇ ਤਾਂ ਬਲੈਕ, ਜਿਹੜਾ ਆਪਾਂ ਬਲੈਕ ਮੈਜਿਕ, ਕਾਲਾ ਇਲਮ ਕਹਿ ਦਿੰਦੇ, ਉਹ ਵੀ ਹੁੰਦਾ? ਹੁੰਦਾ, ਸਭ ਕੁਝ ਹੁੰਦਾ ਹੈ, ਹੁੰਦਾ, ਸਾਰਾ ਕੁਝ ਹੁੰਦਾ ਹੈ। ਜਾਂਦੇ ਜਾਂਦੇ ਸੁਣਾਉਣਾ ਚਾਹੁੰਦੇ ਹੋ ਕੁਝ? ਸੁਣਾ ਦਿੰਦੇ ਜੀ, ਦੱਸੋ ਕੀ ਸੁਣਨਾ? ਤੁਹਾਡਾ ਨਵਾਂ ਗੀਤ ਆ ਰਿਹਾ, ਉਹ ਹੀ ਸੁਣਾ ਦਿਓ। ਹਾਂਜੀ, ਸਾਰੀ ਸੰਗਤ ਨੂੰ, ਸਾਰੀ ਆਡੀਅנס ਨੂੰ, ਪਿਆਰ ਕਰਨ ਵਾਲਿਆਂ ਨੂੰ, ਸਭ ਨੂੰ ਬੇਨਤੀ ਆ, ਕੌੜਾ ਸੱਚ ਗੀਤ 2-3 ਦਿਨਾਂ ਤੋਂ ਬਹੁਤ ਵਾਇਰਲ ਹੋ ਰਿਹਾ, ਸਾਰੇ ਤੁਸੀਂ ਪਿਆਰ ਵੀ ਦੇ ਰਹੇ ਹੋ, ਤੇ ਉਹਦੇ ਮੈਂ ਤੁਹਾਨੂੰ 2 ਬੋਲ ਸੁਣਾ। ਹੋ ਅੱਜ ਕੱਲ ਸਮਝ ਕੋਈ ਨਾ ਆਵੇ ਜੀ, ਨਾ ਕੋਈ ਹੱਥ ਕੰਮ ਨੂੰ ਲਾਵੇ ਜੀ। ਅੱਜ ਕੱਲ ਸਮਝ ਕੋਈ ਨਾ ਆਵੇ, ਨਾ ਕੋਈ ਹੱਥ ਕੰਮ ਨੂੰ ਲਾਵੇ। ਸਭ ਕੋਈ ਭੱਜਿਆ ਬਾਹਰ ਨੂੰ ਜਾਵੇ, ਪਤਾ ਨਾ ਖੁਰਪੇ ਕਈਆਂ ਦਾ, ਖੁਰਪੇ ਕਈਆਂ ਦਾ। ਉੱਥੇ ਕੰਮ ਲਈ ਮਿੰਨਤਾਂ ਕਰਦੇ, ਇੱਥੇ ਕਬਜ਼ਾ ਬਈਆਂ ਦਾ। ਉੱਥੇ ਕੰਮ ਲਈ ਮਿੰਨਤਾਂ ਕਰਦੇ, ਇੱਥੇ ਕਬਜ਼ਾ ਬਈਆਂ ਦਾ। ਉਹ ਜਿੰਦ ਹੁਣ ਸੋਚਾਂ ਦੇ ਵਿੱਚ ਪੈ ਗਈ ਜੀ, ਜਿੰਦ ਹੁਣ ਸੋਚਾਂ ਦੇ ਵਿੱਚ ਪੈ ਗਈ। ਚੁੰਨੀ ਸਿਰ ਦੇ ਉੱਤੋਂ ਲੈ ਗਈ, ਨੂੰ ਵੀ ਰੀਲਾਂ ਪਿੱਛੇ ਪੈ ਗਈ। ਤਾਈਓ ਸ਼ਰਮ ਜੀ ਆਉਂਦੀ ਐ, ਸ਼ਰਮ ਜੀ ਆਉਂਦੀ ਐ। ਬੇਬੇ ਚੌਂਕਾ ਚੁੱਲ੍ਹਾ ਕਰਦੀ, ਕੁੜੀ ਬਲੌਗ ਬਣਾਉਂਦੀ ਐ। ਬੇਬੇ ਚੌਂਕਾ ਚੁੱਲ੍ਹਾ ਕਰਦੀ, ਕੁੜੀ ਬਲੌਗ ਬਣਾਉਂਦੀ। ਲਓ ਮਹਾਰਾਜ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ, ਤੁਸੀਂ ਸਟੂਡੀਓ ਆਏ, ਸਾਨੂੰ ਸਮਾਂ ਦਿੱਤਾ। ਬਹੁਤ ਧੰਨਵਾਦ ਤੁਹਾਡਾ ਜੀ। ਬਾਬਾ ਗੁਲਾਬ ਸਿੰਘ ਹੋਣਾ ਨਾਲ ਬੜੀਆਂ ਸਪਸ਼ਟ, ਸਿੱਧੀਆਂ ਤੇ ਖੁੱਲੀਆਂ ਗੱਲਾਂ ਹੋਈਆਂ। ਚੰਗੀਆਂ ਲੱਗਣ ਤਾਂ ਵੀ ਧੰਨਵਾਦ, ਨਹੀਂ ਚੰਗੀਆਂ ਲੱਗਦੀਆਂ ਤਾਂ ਵੀ ਤੁਹਾਡਾ ਧੰਨਵਾਦ।